ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਦਰਸ਼ਕਾਂ ਦਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰੋਨਾ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਵਾਂਗੇ। ਨਵਜੋਤ ਸਿੱਧੂ ਨੂੰ ਕਿੰਨੇ ਪੱਤਰ ਲਿਖਿਆ ਤੇ ਪੱਤਰ ਵਿੱਚ ਕੀ ਕੁਝ ਲਿਖਿਆ ਤੇ ਨਵਜੋਤ ਨੇ ਕੋਈ ਜਵਾਬ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ। ਅਵਤਾਰ ਸਿੰਘ ਸ਼ੇਰਗਿੱਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਸ਼ੁਕਰੀਆ ਜੀ। ਅੱਜ ਦੀ ਪਹਿਲੀ ਗੱਲ ਕਰੀਏ ਤੇ ਕਰੋਨਾ ਫਿਰ ਤੋਂ ਭਾਰੂ ਹੋ ਰਿਹਾ ਹੈ ਜੀ, ਤੇ ਇਹ ਭਾਰ ਕਿੱਥੋਂ ਤੱਕ ਪਹੁੰਚ ਰਿਹਾ ਤੇ ਕਿਉਂ ਪਹੁੰਚ ਰਿਹਾ? ਬਿਲਕੁਲ ਜੀ। ਕਰੋਨਾ ਦੀ ਸਥਿਤੀ ਦਿਨ ਬ ਦਿਨ ਜਿਹੜੀ ਆ ਉਹ ਵੱਧ ਤੋਂ ਵੱਧਤਰ ਹੁੰਦੀ ਜਾ ਰਹੀ ਆ ਜੀ। ਸਟੇਟਾਂ ਤੋਂ ਲੈ ਕੇ ਪੂਰੇ ਦੇਸ਼ ਵਿੱਚ ਹੀ ਹਾਲਤ ਜਿਹੜੇ ਆ ਬਹੁਤ ਖਰਾਬ ਹੈ ਜੀ, ਜਿਹਨੂੰ ਆਪਾਂ ਇੰਗਲਿਸ਼ ਗ੍ਰਿਮ ਸਿਚੁਏਸ਼ਨ ਕਹਿੰਦੇ ਆ ਨਾ, ਉਸ ਦੌਰ ਦੇ ਵਿੱਚੋਂ ਲੰਘ ਰਿਹਾ ਦੇਸ਼। ਇਹਦੇ ਲਈ ਜ਼ਿੰਮੇਵਾਰ ਬੇਸ਼ੱਕ ਸਰਕਾਰਾਂ ਜ਼ਰੂਰ ਹੈਗੀਆਂ, ਪਰ ਨਾਲ ਦੀ ਨਾਲ ਲੋਕ ਵੀ ਹੈਗੇ ਆ। ਜਦੋਂ ਕੁਛ ਰਾਹਤ ਮਿਲੀ ਸੀ ਕਿ ਤਾਂ ਅਵੇਸਲੇ ਇੰਨੇ ਕੁ ਹੋ ਗਏ ਸੀਗੇ ਵੀ ਅਣਗਹਿਲੀ ਤੇ ਅਣਗਹਿਲੀ ਕਰਨ ਲੱਗ ਪਏ ਸੀਗੇ ਤੇ ਉਹਨਾਂ ਨੂੰ ਇਹ ਹੋ ਗਿਆ ਸੀਗਾ ਵੀ ਕਰੋਨਾ ਚਲੇ ਗਿਆ ਜੀ। ਹੁਣ ਵੀ ਜਦੋਂ ਆਪਾਂ ਟੀਵੀ ਚੈਨਲ ਤੇ ਜਾਂ ਕਿਤੇ ਮੀਡੀਆ 'ਚ ਦੇਖਦੇ ਹਾਂ ਤੇ ਆਮ ਹੀ ਜਦੋਂ ਕੋਈ ਐਡ ਜਾਂ ਕੁਛ ਹੋਰ ਕੋਈ ਵੱਡਾ ਆਗੂ ਜਦੋਂ ਸੰਬੋਧਨ ਕਰਨਾ ਆਉਂਦਾ ਤੇ ਇਹ ਕਹਿੰਦਾ ਕਰੋਨਾ ਫੇਰ ਆ ਗਿਆ ਜੀ। ਵੀ ਭਲਾ ਉਹਨੂੰ ਪੁੱਛਿਆ ਜਾਵੇ ਕਰੋਨਾ ਗਿਆ ਕਿੱਥੇ ਸੀ? ਇੱਥੇ ਹੀ ਸੀਗਾ। ਹਜੇ ਤੱਕ ਮੁਕੰਮਲ ਸਫਾਇਆ ਕਦੀ ਵੀ ਨਹੀਂ ਹੋਇਆ। ਪੂਰੇ 2020 ਲੰਘ ਗਿਆ, 2021 ਅੱਧਾ ਸਾਲ ਲੰਘ ਚੱਲਿਆ, ਸਥਿਤੀ ਉੱਦਾਂ ਦੀ ਉੱਦਾਂ ਹੀ ਆ ਤੇ ਆਪਾਂ ਮੁੜ ਕੇ ਫਿਰ ਜਿੱਦਾਂ ਕਹਿੰਦੇ ਵੀ ਹਾਸ਼ੀਏ ਤੇ ਆ ਗਏ ਆ, ਉਸੇ ਤਰੀਕੇ ਨਾਲ ਮੁੜ ਉਸੇ ਥਾਂ ਤੇ ਫਿਰ ਖੜ ਗਏ ਆ ਕਿ ਜੋ ਹਾਲਾਤ ਪਿਛਲੇ ਸਾਲ ਸੀ ਸਗੋਂ ਉਹਦੇ ਨਾਲੋਂ ਵੀ ਬਹੁਤ ਮਾੜੇ ਹੋ ਗਏ ਹਨ ਜੀ। ਹੁਣ ਗੱਲ ਚੱਲਦੀ ਹੁੰਦੀ ਆ ਵੀ ਨਾਈਟ ਕਰਫਿਊ, ਲਾਕਡਾਊਨ ਲਾ ਦਿਓ, ਪਾਬੰਦੀਆਂ ਲਾ ਦਿਓ। ਇਹ ਚੀਜ਼ਾਂ ਨਾਲ ਬੇਸ਼ੱਕ ਕਰੋਨਾ ਤਾਂ ਨਹੀਂ ਭੱਜਦਾ, ਕਰੋਨਾ ਤਾਂ ਨਹੀਂ ਖਤਮ ਹੁੰਦਾ, ਪਰ ਉਹਨੂੰ ਸਪਲਾਈ ਚੈਨ ਜਿਹੜੀ ਹੁੰਦੀ ਆ ਉਹਦੀ ਗਾਹਾਂ ਦੇ ਗਾਹਾਂ ਇਨਫੈਕਸ਼ਨ ਕਰਨ ਦੀ ਜਿਹੜੀ ਚੈਨ ਆ ਉਹ ਤੋੜੀ ਜਾ ਸਕਦੀ ਆ। ਉਹਨੂੰ ਤੋੜਨ ਲਈ ਇੱਕ ਛੋਟਾ ਜਿਹਾ ਮਾਪਦੰਡ ਆ, ਕਿਉਂਕਿ ਮਹਾਰਾਜ ਨੇ ਵੀ ਕਿਹਾ ਵੀ ਇਹ ਇਹਦਾ ਤੋੜ ਨਹੀਂ ਹੈਗਾ। ਪਰ ਉਸ ਪੀਰੀਅਡ ਦੌਰਾਨ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ, ਲੋਕਾਂ ਨੂੰ ਅੰਦਰ ਦਬਕ ਕੇ ਮੌਕਾ ਮਿਲ ਜਾਂਦਾ ਵੀ ਅਸੀਂ ਜਿਹੜੇ ਸਿਹਤ ਸਹੂਲਤਾਂ ਦੀ ਕੋਈ ਕਮੀ ਪੇਸ਼ੀ ਹੈਗੀ ਆ ਉਹਨੂੰ ਦੁਰਸਤ ਕੀਤਾ ਜਾਵੇ, ਉਹਨੂੰ ਹੋਰ ਮਜ਼ਬੂਤ ਕੀਤਾ ਜਾਵੇ। ਹੁਣ ਇੱਥੇ ਸਵਾਲ ਇਹ ਖੜਦਾ ਵੀ 6-7 ਮਹੀਨੇ ਲਾਕਡਾਊਨ ਲੱਗਾ ਰਿਹਾ ਪਿਛਲੇ ਸਾਲ। ਉਸ 6-7 ਮਹੀਨੇ ਦੇ ਵਿੱਚ ਜੋ ਦਸ਼ਾ ਲੋਕਾਂ ਦੀ, ਖਾਸ ਕਰ ਮਜ਼ਦੂਰਾਂ ਦੀ ਔਰ ਮੱਧ ਵਰਗ ਦੀ ਹੋਈ, ਉਹ ਕਿਸੇ ਤੋਂ ਛੁਪੀ ਨਹੀਂ ਹੈ। ਆਪਾਂ ਭਿਆਨਕ ਤਸਵੀਰਾਂ ਦੇਖੀਆਂ, ਭਿਆਨਕ ਦ੍ਰਿਸ਼ ਦੇਖੇ ਆ ਲੋਕਾਂ ਦੇ। ਉਸ ਸਮੇਂ ਦੌਰਾਨ ਜਦੋਂ ਲੋਕ ਇਹੋ ਜਿਹੀ ਪੀੜਾ ਦੇ ਵਿੱਚ ਲੰਘ ਕੇ ਵੀ ਸਰਕਾਰ ਦੀ ਹਰ ਹਦਾਇਤ ਨੂੰ ਮੰਨਣ ਲਈ ਪਾਬੰਦ ਸੀ ਔਰ ਮੰਨ ਵੀ ਰਹੇ ਸੀ ਔਰ ਮੰਨੀ ਵੀ ਗਈ ਆ। ਜੋ ਵੀ ਸਰਕਾਰ ਕਹਿੰਦੀ ਰਹੀ ਆ ਉਹ ਕਰਦੇ ਵੀ ਰਹੇ ਆ। ਔਰ ਜਿੱਦਾਂ ਵੀ ਸਰਕਾਰ ਨੇ ਕਿਹਾ ਵੀ ਅੰਦਰ ਵੜ ਜਾਓ, ਮਤਲਬ ਟੋਟਲੀ ਬੰਦ ਹੋ ਗਿਆ ਸੀਗਾ ਸਾਰਾ ਦੇਸ਼, ਇੱਕ ਕਿਸਮ ਨਾਲ ਸਟੈਂਡ ਸਟਿਲ ਹੋ ਗਿਆ ਸੀ। ਪਰ ਉਸ ਸਮੇਂ ਦੌਰਾਨ ਸਰਕਾਰਾਂ ਨੇ ਕੀ ਕੀਤਾ? ਇਹ ਸਵਾਲ ਵੱਡਾ ਹੈ। ਇਹ ਸਭ ਤੋਂ ਵੱਡਾ ਸਵਾਲ ਆ ਵੀ ਉਸ ਸਮੇਂ ਦੌਰਾਨ ਇਹ ਨਹੀਂ ਹੈਗਾ ਵੀ ਆਪਾਂ ਕਰੋਨਾ ਭਜਾਉਣ ਲਈ ਲਾਕਡਾਊਨ ਲਾਇਆ ਸੀ। ਆਪਾਂ ਤਾਂ ਲਾਇਆ ਸੀ ਵੀ ਇਹ ਗਾਹਾਂ ਹੋਰ ਫੈਲੇ ਨਾ, ਇਹਨੂੰ ਇੱਥੇ ਤੋੜ ਦਈਏ। ਔਰ ਇਹਦੀ ਚੈਨ ਟੁੱਟਦੀ ਤਾਂ ਹੀ ਹੈ ਵੀ ਜੇ ਆਪਾਂ ਭੀੜ ਤੋਂ ਬਚਾਂਗੇ, ਇੱਕ ਦੂਜੇ ਦੇ ਸੰਪਰਕ 'ਚ ਨਹੀਂ ਆਵਾਂਗੇ ਤਾਂ ਹੀ ਟੁੱਟਾਂਗੇ। ਤੇ ਉਹ ਇੱਕ ਵਧੀਆ ਤਰੀਕਾ ਸੀਗਾ ਲਾਉਣ ਦਾ। ਪਰ ਉਹ ਸਮਾਂ ਜਿਹੜਾ ਉਹ ਸਰਕਾਰਾਂ ਨੂੰ ਆਪਣਾ ਕੰਮ ਕਰਨ ਦਾ ਸਮਾਂ ਸੀਗਾ ਵੀ ਹੁਣ ਜਦੋਂ ਸਾਰਾ ਕੁਝ ਬੰਦ ਪਿਆ, ਲੋਕ ਹੈ ਨਹੀਂ ਕਿਤੇ ਵੀ, ਤੇ ਅਸੀਂ ਆਪ ਦੀ ਤਿਆਰੀ ਤਾਂ ਕਰ ਲਈਏ। ਤੇ ਰੌਲਾ ਉਦੋਂ ਵੀ ਇਹ ਸੀਗਾ ਵੀ ICU ਬੈੱਡਾਂ ਦੀ ਘਾਟ ਆ। ਰੌਲਾ ਉਦੋਂ ਵੀ ਇਹ ਸੀ ਵੀ ਆਕਸੀਜਨ ਮੁੱਕ ਗਈ। ਰੌਲਾ ਉਦੋਂ ਵੀ ਇਹ ਸੀ ਵੀ ਹਸਪੀਟਲਾਂ ਦੇ ਵਿੱਚ ਬੈੱਡ ਖਤਮ ਹੋ ਗਏ। ਤੇ ਉਹੀ ਰੌਲਾ ਹੁਣ ਫੇਰ ਉਹੀ ਚੱਲ ਰਿਹਾ। ਤੇ ਉਸ ਸਮੇਂ ਦੌਰਾਨ ਸਰਕਾਰ ਨੇ ਕੀ ਕੀਤਾ? ਵੈਸੇ ਜਿਹੜੀ ਇਸ ਵੇਲੇ ਤਸਵੀਰ ਸਾਹਮਣੇ ਆ ਰਹੀ ਹੈ ਨਾ, ਉਹ ਮਜ਼ਦੂਰ ਵਰਗ ਦੀ ਜ਼ਿਆਦਾ ਹੈ ਜਿਹੜੇ ਮੁੰਬਈ ਤੋਂ ਆਪਣੇ ਦੇਸ਼ ਨੂੰ ਪਰਤ ਰਹੇ ਨੇ। ਹਾਲਾਤ 72 ਤੋਂ ਮੈਨੂੰ ਲੱਗਦਾ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਮਾੜੇ ਹੋ ਗਏ ਨੇ। ਨਾ ਉੱਥੇ ਰੋਟੀ ਹੈ, ਨਾ ਪਾਣੀ ਹੈ, ਤੇ ਨਾ ਉਨੀ ਕੁ ਜਗ੍ਹਾ ਗੱਡੀਆਂ ਦੀ ਲਟਕ ਕੇ ਜਾ ਰਹੇ ਨੇ, ਛੱਤਾਂ ਤੇ ਚੜ੍ਹ ਕੇ ਜਾ ਰਹੇ ਨੇ। ਇਹ ਦ੍ਰਿਸ਼ ਦੇਖ ਕੇ ਸਰਕਾਰ ਨੂੰ ਕੁਝ ਨਜ਼ਰ ਨਹੀਂ ਆਉਂਦਾ? ਬਿਲਕੁਲ ਜੀ, ਸਰਕਾਰ ਨੂੰ ਨਜ਼ਰ ਇਹ ਤਾਂ ਆਉਂਦਾ ਆ, ਪਰ ਸਰਕਾਰ ਆਪਣੀਆਂ ਰੈਲੀਆਂ ਦੇ ਵਿੱਚ ਬਿਜ਼ੀ ਆ। ਦੇਖੋ, ਮਹਾਰਾਸ਼ਟਰ ਦੇ ਮੁੱਖ ਮੰਤਰੀ PM ਹਾਊਸ ਫੋਨ ਕਰਦੇ ਆ। ਕਾਹਦੇ ਲਈ? ਵੀ ਸਾਡੇ ਕੋਲ ਆਹ ਪ੍ਰਬੰਧ ਹੈ ਨਹੀਂ, ਆਕਸੀਜਨ ਮੁੱਕ ਚੱਲੀ ਆ, ਸਾਡੇ ਕੋਲ ਜਿਹੜੀ ਦਵਾਈ ਦੀ ਜਿਹੜੀ ਆ ਵੈਕਸੀਨੇਸ਼ਨ ਆ ਉਹ ਘਾਟ ਆ, ਵੀ ਸਾਨੂੰ ਇਹਦੇ ਬਾਰੇ ਕੋਈ ਦੱਸਣ ਲਈ CM ਜਿਹੜਾ ਆ PM ਹਾਊਸ ਸਿੱਧਾ ਫੋਨ ਕਰ ਰਿਹਾ। ਤੇ ਅੱਗੋਂ ਉਹਨੂੰ PM ਹਾਊਸ ਤੋਂ ਜਵਾਬ ਆਉਂਦਾ ਵੀ ਸਾਹਿਬ ਬੰਗਾਲ ਚੋਣਾਂ 'ਚ ਬਿਜ਼ੀ ਆ, ਫੇਰ ਗੱਲ ਕਰਿਓ। ਤੇ ਜਦੋਂ ਇਹੋ ਜਿਹਾ ਰੌਲਾ ਪੈਂਦਾ, ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਮੀਡੀਆ 'ਚ ਖਿਲਾਰ ਦਿੱਤੀ ਜਾਂਦੀ ਆ ਵੀ ਦੇਖੋ ਦੇਸ਼ ਦੇ ਹਾਲਾਤ ਕੀ ਬਣੇ ਆ ਤੇ PM ਹਾਊਸ ਤੋਂ ਜਵਾਬ ਕੀ ਆ ਰਿਹਾ। ਉਸ ਤੋਂ ਬਾਅਦ ਫਟਾਫਟ ਮੰਤਰੀ ਸੰਤਰੀ ਜੋ ਸਾਰੇ ਉੱਠ ਖੜਦੇ ਆ
ਵੀ ਨਹੀਂ ਜੀ ਪੀਐਮ ਹਾਊਸ ਵਾਲੇ ਤਾਂ ਉੱਥੇ ਹੀ ਆ, ਪੀਐਮ ਹਾਊਸ ਨੇ ਜਵਾਬ ਇਦਾਂ ਦੇ ਦਿੱਤਾ ਨਹੀਂ, ਇਹ ਜਾਣ ਕੇ ਸਿਆਸਤ ਕਰ ਰਹੇ ਆ, ਡਰਾਮਾ ਕਰ ਰਹੇ ਆ। ਜਿਹਦੇ ਕੋਲ ਚੀਜ਼ ਮੁੱਕੀ ਹੋਊਗੀ ਰੌਲਾ ਤਾਂ ਉਹੀ ਪਊਗਾ। ਨਿਆਣਾ ਆ ਕੋਈ, ਭਾਵੇਂ ਬੱਚਾ ਛੋਟਾ ਆ, ਜੇ ਉਹਦੇ ਕੋਲ ਕੋਈ ਚੀਜ਼ ਹੈਗੀ ਤਾਂ ਚੁੱਪ ਰਹੂ, ਜਦੋਂ ਉਹਦੇ ਕੋਲ ਮੁੱਕ ਗਈ ਤਾਂ ਕੁਦਰਤੀ ਉਹਨੂੰ ਰੋਣਾ ਆ। ਤੇ ਉਹ ਬਿਨਾਂ ਵਜ੍ਹਾ ਤੋਂ ਥੋੜੀ ਰੋਣਗੇ ਉਹ। ਜਦੋਂ ਇੰਨਾ ਸਮਾਂ ਨਿਘਾ ਲਿਆ ਉਹਨਾਂ ਨੇ ਉਦੋਂ ਨਹੀਂ ਰੋਏ, ਹੁਣ ਆ ਕੇ ਜਦੋਂ ਉਹਨਾਂ ਕੋਲ ਘਾਟ ਹੋ ਗਈ ਜਾਂ ਕੁਝ ਚੀਜ਼ ਖਤਮ ਹੋ ਗਈ ਜਾਂ ਨਹੀਂ ਮਿਲ ਰਹੀ ਤਾਂ ਫਿਰ ਕੁਦਰਤੀ ਉਹਨਾਂ ਰੋਣਾ ਹੀ ਆ। ਤੇ ਅੱਗੋਂ ਜੇ ਕਹਿਣ ਪਏ ਨਹੀਂ ਜੀ ਸਾਹਿਬ ਤਾਂ ਬੰਗਾਲ 'ਚ ਬਿਜ਼ੀ ਆ, ਤੇ ਫਿਰ ਰਾਤ ਨੂੰ ਆ ਕੇ ਅਧਿਕਾਰੀਆਂ ਨਾਲ ਮੀਟਿੰਗ ਜ਼ਰੂਰ ਕੀਤੀ ਆ, ਤੇ ਉਹਦੇ ਵਿੱਚ ਕੁਝ ਵਿਰੋਧੀਆਂ ਨੇ ਸਾਹ ਜ਼ਰੂਰ ਲਿਆ ਵੀ ਸ਼ੁਕਰ ਆ ਤੇ ਬੰਗਾਲ ਚੋਣਾਂ ਤੋਂ ਟਾਈਮ ਕੱਢ ਕੇ ਇੱਧਰ ਥੋੜਾ ਜਿਹਾ ਤਵੱਜੋ ਦਿੱਤੀ ਆ। ਸ਼ੇਰਗਿੱਲ ਜੀ, ਮੈਂ ਇੱਕ ਵੀਡੀਓ ਦੀ ਗੱਲ ਕਰਾਂ ਤੇ ਇੱਕ ਲੜਕੀ ਨੇ ਵੀਡੀਓ ਸਾਂਝਾ ਕੀਤਾ ਤੇ ਕਹਿੰਦੀ ਇੱਕ ਪਾਸੇ ਉਹਨੇ ਸੀਨ ਦਿਖਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਨਾ ਜਿਹੜੇ ਇੱਕ ਰੈਲੀ 'ਚ ਬੋਲ ਰਿਹਾ, ਇੰਨਾ ਇਕੱਠ ਵੇਖ ਕੇ ਮੇਰਾ ਮਨ ਬਾਗੋ ਬਾਗ ਹੋ ਗਿਆ ਜੀ। ਉੱਥੇ ਕੋਈ ਕਰੋਨਾ ਨਹੀਂ ਤੇ ਉਹ 24 ਘੰਟਿਆਂ ਜਾਂ 12 ਘੰਟਿਆਂ ਦੇ ਅੰਦਰ ਵਾਪਸ ਦਿੱਲੀ ਪਹੁੰਚ ਜਾਂਦੇ ਤੇ ਉੱਥੇ ਕਹਿੰਦੇ ਸਾਨੂੰ ਇਕੱਠੇ ਨਹੀਂ ਹੋਣਾ ਚਾਹੀਦਾ, ਕਰੋਨਾ ਫੈਲਦਾ ਹੈ। ਕਹਿੰਦੇ ਇੱਥੇ ਉਹ ਸਿਆਸਤ ਕਰਦੇ ਨੇ ਬੰਗਾਲ ਦੇ ਵਿੱਚ ਤੇ ਦਿੱਲੀ ਪਹੁੰਚ ਕੇ ਵਿਗਿਆਨਿਕ ਬਣ ਜਾਂਦੇ ਨੇ ਤੇ ਕਰੋਨਾ ਵਾਇਰਸ ਦਾ ਹੱਲ ਕਿੱਦਾਂ ਕੱਢਣਾ ਉਹ ਵੀ ਉਹਨਾਂ ਕੋਲ ਹੈਗਾ ਤੇ ਗੱਲਾਂ ਬਾਤਾਂ ਵੀ ਹੈਗੀਆਂ, ਸੁਝਾਅ ਵੀ ਹੈਗੇ ਨੇ। ਕਿਆ ਉਹਨਾਂ ਨੂੰ ਬੰਗਾਲ 'ਚ ਨਜ਼ਰ ਨਹੀਂ ਸੀ ਆਉਂਦਾ? ਬਿਲਕੁਲ ਜੀ ਬਿਲਕੁਲ। ਇਸੇ ਗੱਲ ਨੂੰ ਲੈ ਕੇ ਬੇਸ਼ੱਕ ਮਮਤਾ ਹੋਰਾਂ ਨੇ ਬਹੁਤ ਦੇਰ ਬਾਅਦ ਕਿਹਾ ਵੀ ਜਿਹੜੇ ਇੰਨੇ ਗੇੜਾਂ 'ਚ ਚੋਣਾਂ ਬਾਕੀਆਂ ਰਹਿੰਦੀਆਂ ਆ ਉਹਨਾਂ ਨੂੰ ਇੱਕ ਗੇੜ 'ਚ ਕਰਤਾ ਜਾਵੇ। ਇੱਕਦਮ ਪੱਬਾ ਭਾਰ ਹੋ ਗਈ ਬੀਜੇਪੀ ਜੀ, ਪਰ ਨਹੀਂ ਉਹਨੇ ਗੇੜ 'ਚ ਹੀ ਹੋਣਗੀਆਂ ਜਿੱਦਾਂ ਪਹਿਲਾਂ ਸੀਗੀਆਂ। ਤੇ ਚੋਣ ਕਮਿਸ਼ਨ ਤਾਂ ਫਿਰ ਹੈ ਹੀ ਉਹਦਾ ਤੋਤਾ, ਉਹਨੂੰ ਤਾਂ ਕਹਿਣਾ ਸੀਗਾ ਪਰ ਨਹੀਂ ਹੋਣੀਆਂ ਜੀ। ਤੇ ਗੱਲ ਉਹਦੀ ਉਹ ਲੜਕੀ ਦੀ ਵੀ ਠੀਕ ਆ ਵੀ ਉੱਥੇ ਦਾ ਇਕੱਠ ਦੇਖ ਕੇ ਉਹ ਕਹਿੰਦੇ ਵੀ ਬਾਕੀ ਇਕੱਠ ਦਿਖਾ ਲਓ, ਬੇਸ਼ੱਕ ਤੋਂ ਹੋਰ ਡਬਲ ਹੋ ਜਾਏ, ਤੇ ਉੱਥੇ ਨਹੀਂ ਹੈਗਾ। ਪਰ ਅੰਕੜੇ ਜੋ ਦੱਸਦੇ ਆ ਹਾਲਾਤ ਉੱਥੇ ਵੀ ਮਾੜੇ ਆ ਜੀ। ਜੇ ਆਪਾਂ ਗੱਲ ਕਰੀਏ ਉੱਥੋਂ ਮੀਡੀਆ 'ਚ ਆਉਂਦੀ ਚਾਹੇ ਨਹੀਂ ਆਉਂਦੀ, ਪਰ ਇੱਕਾ ਦੁੱਕਾ ਖਬਰਾਂ ਜਿਹੜੀਆਂ ਕਰੋਨਾ ਨਾਲ ਰਿਲੇਟਡ ਉਹਨਾਂ ਚੋਣਾਂ ਵਾਲੇ ਸਟੇਟਾਂ 'ਚੋਂ ਵੀ ਆਉਣ ਲੱਗ ਪਈਆਂ ਜੀ। ਕਿਉਂਕਿ ਇੱਕ ਉਮੀਦਵਾਰ ਵੀ ਉੱਥੇ ਡੈਥ ਹੋ ਗਈ ਬੰਗਾਲ ਦੇ ਵਿੱਚ। 6-7 ਇਹੋ ਜਿਹੇ ਉਮੀਦਵਾਰ ਆ ਚੋਣ ਲੜਦੇ ਜਿਹੜੇ ਕਰੋਨਾ ਪੋਜ਼ਿਟਿਵ ਹੋ ਗਏ ਆ ਜੀ। ਅੱਗੋਂ ਜਿਹੜੇ ਹਾਲਾਤ ਹੋਣੇ ਆ ਉਹ ਸਾਨੂੰ ਦਿਸਦੇ ਹੀ ਆ ਵੀ ਜਦੋਂ ਬਿਹਾਰ ਚੋਣਾਂ ਸੀ ਤੇ ਹੁਣ ਇਸ ਵੇਲੇ ਬਿਹਾਰ ਦੇ ਵਿੱਚ ਵੀ ਉਹ ਸਥਿਤੀ ਜਿਹੜੀ ਉਹ ਇਦਾਂ ਦੀ ਭਿਆਨਕ ਬਣਦੀ ਜਾ ਰਹੀ ਆ। ਤੇ ਜੇ ਆਪਾਂ ਗੱਲ ਕਰਦੇ ਸੀ ਵੀ ਕੁੰਭ ਮੇਲੇ ਦੀ, ਤੇ ਬਹੁਤ ਰੌਲਾ ਪਾਇਆ ਗਿਆ ਵੀ ਤੁਸੀਂ ਕੁੰਭ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਆ ਮੇਲੇ ਨੂੰ, ਵੀ ਇਹ ਇੱਕ ਆਸਥਾ ਦਾ ਸਵਾਲ ਆ, ਇਹਨੂੰ ਕਰੋਨਾ ਦੇ ਨਾਲ ਨਹੀਂ ਜੋੜਨਾ ਚਾਹੀਦਾ। ਤੇ ਹੁਣ ਅੱਜ ਦੀ ਡੇਟ ਦੇ ਵਿੱਚ ਦਿੱਲੀ ਸਮੇਤ 6-7 ਰਾਜਾਂ ਨੇ ਹਰਿਦੁਆਰ ਤੋਂ ਵਾਪਸ ਆਉਣ ਵਾਲੇ ਲੋਕਾਂ ਲਈ RT-PCR ਜਿਹੜੇ ਟੈਸਟ ਪਲੱਸ 14-15 ਦਿਨ ਦਾ ਕੁਆਰੰਟੀਨ ਲਾਜ਼ਮੀ ਕਰ ਦਿੱਤਾ। ਕਿਉਂ ਕੀਤਾ? ਕਿਉਂਕਿ ਉੱਥੇ ਜਿਹੜੇ ਆ ਰੋਜ਼ਾਨਾ ਦੇ ਮਾਮਲੇ 2-2.5 ਹਜ਼ਾਰ ਆਉਣ ਲੱਗ ਪਏ ਆ। ਸਾਧੂ ਮਹਾਤਮਾ ਜਿਹੜੇ ਪੋਜ਼ਿਟਿਵ ਹੋ ਗਏ ਆ, ਕਈ ਸਾਧੂ ਮਹਾਤਮਾ ਦੀ ਡੈਥ ਹੋ ਗਈ ਆ। ਪਰ ਫਿਰ ਗੱਲ ਉੱਥੇ ਆਉਂਦੀ ਨਾ ਵੀ ਜਦੋਂ ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਜਦੋਂ ਇਹੋ ਜਿਹੇ ਹਾਲਾਤ ਬਣ ਗਏ ਤਾਂ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੋਂ ਦੇ ਜਿਹੜੇ ਸੀਰ ਆ, ਜਿਹੜੇ ਉੱਥੋਂ ਦੇ ਮਹੰਤ ਆ ਵੱਡੇ, ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਆਪਾਂ ਇਹਨੂੰ ਪ੍ਰਤੀਕਾਤਮਕ ਤੌਰ ਤੇ ਰਹਿਣ ਦਿੱਤਾ ਜਾਵੇ। ਵੀ ਹੁਣ ਕੀ ਫਾਇਦਾ? 12-13 ਦਿਨ ਰਹਿ ਗਏ ਸੀ ਕੁੰਭ ਮੇਲੇ ਨੂੰ, ਚੱਲ ਲੈਣ ਦਿੰਦੇ। ਜਿੱਥੇ ਹੁਣ ਹੋਰ ਚੱਲ ਗਿਆ ਸੀ ਉੱਥੇ ਹੋਰ ਸਹੀ। ਜੇ ਤੁਹਾਨੂੰ ਇਸ ਬਾਰੇ ਚਿੰਤਾ ਹੀ ਨਹੀਂ ਹੈਗੀ ਵੀ ਇਹ ਵਾਕਿਆ ਹੀ ਹੋਰ ਸੁਪਰ ਸਪਰੈਡਰ ਬਣਦਾ ਕਿ ਨਹੀਂ ਬਣਦਾ, ਉੱਥੋਂ ਦਾ ਪ੍ਰਸ਼ਾਸਨ ਕਹਿ ਰਿਹਾ ਵੀ ਨਹੀਂ ਅਸੀਂ ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦਾ ਟੈਸਟ ਬਕਾਇਦਾ ਕਰਕੇ ਨੈਗੇਟਿਵ ਰਿਪੋਰਟ ਲੈ ਕੇ ਜਾਣ ਦਿੰਦੇ ਆ, ਤੇ ਫਿਰ ਜਦੋਂ ਉਹ ਵਾਪਸ ਜਾਂਦੇ ਆ ਤੇ ਫਿਰ ਉਹਨਾਂ ਦੇ ਵਿੱਚੋਂ ਕਿੱਥੋਂ ਆ ਗਏ? ਜੇ ਇਹ ਜੋ ਨੈਗੇਟਿਵ ਵਾਲੀ ਗੱਲ ਸੀ ਤੇ ਉੱਥੇ ਬੈਠੇ ਜਿਹੜੇ ਉੱਥੇ ਪਹੁੰਚੇ ਇਸ਼ਨਾਨ ਕਰਨ ਵਾਲੇ ਸਾਧੂਆਂ ਦੇ ਵਿੱਚ ਕਿੱਥੋਂ ਪੋਜ਼ਿਟਿਵ ਹੋ ਗਿਆ? ਬਹੁਤ ਵੱਡੇ ਸਵਾਲ ਆ ਇਹੋ ਜਿਹੇ ਕਰਨ ਵਾਲੇ। ਪਰ ਸਰਕਾਰ ਵਾਕਿਆ ਹੀ ਕਿਸੇ ਪ੍ਰਤੀ ਗੰਭੀਰ ਨਹੀਂ ਹੁੰਦੀ ਆ। ਜੇ ਗੰਭੀਰ ਹੁੰਦੀ ਤਾਂ ਫਿਰ ਇਹਨਾਂ ਨੂੰ ਚੋਣਾਂ ਵੀ ਰੱਦ ਕਰਨੀਆਂ ਚਾਹੀਦੀਆਂ ਸੀਗੀਆਂ। ਸਕੂਲ ਬੰਦ ਕਰਤੇ, ਪ੍ਰੀਖਿਆਵਾਂ ਬੰਦ ਕਰਤੀਆਂ, ਠੇਕੇ ਚੱਲਦੇ ਆ, ਰੈਲੀਆਂ ਚੱਲਦੀਆਂ ਆ। ਦੇਖੋ ਕਿਹੋ ਜੀ ਦੇਸ਼ ਦੀ ਬਦਕਿਸਮਤੀ ਹੀ ਕਵਾਂਗੇ ਵੀ ਬੱਚਿਆਂ ਦੀਆਂ ਪ੍ਰੀਖਿਆਵਾਂ ਜ਼ਰੂਰ ਬੰਦ ਆ ਪਰ ਚੋਣਾਂ ਨਹੀਂ ਬੰਦ ਕਰਨੀਆਂ ਸੀ। IPL ਵੀ ਤਾਂ ਚੱਲ ਹੀ ਰਿਹਾ, ਜੋ ਮਰਜ਼ੀ ਹੋਵੇ। IPL ਦੇ ਵਿੱਚ ਇੱਕ ਗੱਲ ਦੀ ਜ਼ਰੂਰ ਆ ਵੀ ਤੁਹਾਨੂੰ ਘਰ ਬੈਠੇ ਮਨੋਰੰਜਨ ਮਿਲ ਰਿਹਾ, ਦਰਸ਼ਕ ਹੈ ਨਹੀਂ ਉੱਥੇ ਬਿਲਕੁਲ ਵੀ। ਜੇ ਦਰਸ਼ਕ ਉੱਥੇ ਹੁੰਦੇ ਤਾਂ ਦੇਖੋ ਕਿੰਨਾ ਇਕੱਠ ਹੁੰਦਾ, 40-40 50-50 ਹਜ਼ਾਰ ਦਾ ਇਕੱਠ ਹੁੰਦਾ। ਇਸ ਤੋਂ ਇਲਾਵਾ ਹੁਣ ਜੋ ਮਹਾਪੰਚਾਇਤਾਂ ਕਿਸਾਨਾਂ ਦੀਆਂ ਵੀ ਹੋ ਰਹੀਆਂ ਉਹ ਵੀ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ, ਪਰ ਉਹਨਾਂ ਨੂੰ ਵੀ ਪਿਆਰ ਨਾਲ ਅਪੀਲ ਕਈ ਲੋਕ ਕਰਨ ਲੱਗ ਪਏ ਆ ਕਿ ਦੇਖੋ ਨਾ ਤਾਂ ਤੁਹਾਡੀ ਜਾਨ ਦੀ ਸਰਕਾਰ ਨੂੰ ਕੋਈ ਫਿਕਰ ਆ, ਨਾ ਤੁਹਾਡੇ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਫਿਕਰ ਆ, ਤੇ ਨਾ ਤੁਹਾਡੀ ਮੰਗਾਂ ਦੀ ਹੀ ਕੋਈ ਫਿਕਰ ਆ ਵੀ ਤੁਸੀਂ ਆਪ ਦਾ ਬਚਾਅ ਹੀ ਕਰ ਲਓ। ਜੇ ਕੋਈ ਇਹੋ ਜਿਹੀ ਸਥਿਤੀ ਬਣ ਗਈ ਜਿੱਦਾਂ ਦਾ ਇਕੱਠ ਕਿਸਾਨਾਂ ਦੇ ਰੈਲੀਆਂ 'ਚ ਮਹਾਪੰਚਾਇਤਾਂ 'ਚ ਹੋ ਰਿਹਾ, ਰੱਬ ਨਾ ਕਰੇ ਵੀ ਜੇ ਕੋਈ ਇਹੋ ਜਿਹੀ ਸਥਿਤੀ ਬਣ ਗਈ ਤਾਂ ਸਰਕਾਰਾਂ ਨੇ ਇੱਧਰ ਵੀ ਫਿਕਰ ਕੋਈ ਨਹੀਂ ਕਰਨਾ। ਤੇ ਕਿਸਾਨ ਆਗੂ ਨੇ ਵੀ ਕੋਈ ਜਵਾਬ ਦਿੱਤਾ ਹੈ ਵੈਸੇ ਇਸ ਮਾਮਲੇ 'ਚ, ਜਿਨ੍ਹਾਂ ਨੇ ਕਿਹਾ ਨਾ ਵੀ ਕਿਸਾਨ ਥੋੜੇ ਸੰਭਲ ਜਾਣ, ਮਹਾਪੰਚਾਇਤਾਂ ਨਾ ਕਰਨ?
ਉਹ ਸੰਭਲਣ ਵਾਲੀ ਗੱਲ ਦੂਜੇ ਪਾਸੇ ਨਹੀਂ ਕਹੀ ਉਹਨਾਂ ਨੇ। ਉਹ ਸੰਭਲਣ ਵਾਲੀ ਗੱਲ ਕਹੀ ਆ ਵੀ ਆਪ ਦਾ ਬਚਾਅ ਆਪੇ ਕਰਨ, ਸਰਕਾਰਾਂ ਨੂੰ ਫਿਕਰ ਨਹੀਂ ਹੈਗਾ। ਜੋ ਕਿਸਾਨ ਆਗੂ ਨੇ ਕਹੀ ਆ ਉਹ ਇਹ ਆ ਵੀ ਕਰੋਨਾ ਦੀ ਆੜ 'ਚ ਤੁਸੀਂ ਅੰਦੋਲਨ ਖਤਮ ਕਰਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਨਾ, ਉਹਦੇ ਪ੍ਰਤੀ ਉਹਨਾਂ ਨੇ ਚੇਤਾਵਨੀ ਦਿੱਤੀ ਆ ਵੀ ਇਹਦੀ ਆੜ 'ਚ ਇਸ ਤਰੀਕੇ ਨਾਲ ਕਿਸਾਨਾਂ ਦੇ ਨਾਲ ਜ਼ਬਰਦਸਤੀ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਦੇ ਸਿੱਟੇ ਜਿਹੜੇ ਆ ਮਾੜੇ ਨਿਕਲਣਗੇ। ਜੀ ਤੇ ਅਵਤਾਰ ਜੀ ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ, ਪਰ ਇਸ ਵੇਲੇ ਬ੍ਰੇਕ ਲੈ ਲੈਂਦੇ ਹਾਂ ਇਸ ਪ੍ਰੋਗਰਾਮ 'ਚ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ ਤੇ ਅਵਤਾਰ ਜੀ ਮੁੱਦੇ ਵੱਲ ਆਉਂਦੇ ਹਾਂ। ਕਰੋਨਾ ਦੀ ਸਥਿਤੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉੱਥੇ ਸਿਆਸਤ ਵੀ ਭੱਕ ਗਈ ਹੈ ਤੇ ਰਾਹੁਲ ਗਾਂਧੀ ਕਹਿੰਦਾ ਕਿ ਮੈਂ ਬੰਗਾਲ ਨਹੀਂ ਜਾਣਾ ਤੇ ਉਹਦੇ ਨਾ ਜਾਣ ਤੇ ਵੀ ਸਿਆਸਤਦਾਨ ਜਿਹੜੇ ਨੇ ਸਿਆਸਤ ਕਰਨ ਤੋਂ ਖੁੰਝ ਨਹੀਂ ਰਹੇ ਤੇ ਉਹਨਾਂ ਨੇ ਵੈਸੇ ਚੰਗਾ ਕੰਮ ਕੀਤਾ ਵੀ ਨਹੀਂ ਪ੍ਰਚਾਰ ਨਹੀਂ ਕਰਨਾ ਇਸ ਵੇਲੇ। ਤੇ ਵੈਸੇ ਤਾਂ ਕਾਂਗਰਸ ਬੰਗਾਲ ਦੇ ਵਿੱਚ ਸਾਰਿਆਂ ਗੇੜਾਂ 'ਚ ਲੱਭੀ ਨਹੀਂ ਕਿਤੇ ਵੀ ਵੀ ਹੁਣ ਜੇ ਆਉਂਦੇ ਗੇੜਾਂ ਦੇ ਵਿੱਚ ਉਹਨੇ ਚੋਣ ਰੈਲੀਆਂ ਰੱਦ ਵੀ ਕਰਤੀਆਂ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਤੇ ਪਿਛਲੇ 4-5 ਗੇੜਾਂ 'ਚ ਲੱਭਿਆ ਨਹੀਂ ਕਿਤੇ ਵੀ ਰਾਹੁਲ ਗਾਂਧੀ ਕਿ ਇੱਕ ਅੱਧੀ ਥਾਂ ਤੇ ਗਿਆ ਹੋਊਗਾ ਤਾਂ ਕਹਿ ਨਹੀਂ ਸਕਦੇ। ਇੱਕ ਅੱਧੀ ਰੈਲੀ ਕੀਤੀ ਹੋਣੀ ਹੈ। ਚਲੋ ਚੰਗਾ ਰਹਿ ਗਿਆ, ਉਹ ਪਹਿਲਾਂ ਹੀ ਰੱਦ ਕਰਤੀ ਹੈ ਵੀ ਚਲੋ ਮੈਂ ਕਰੋਨਾ ਦੀ ਆੜ 'ਚ ਕਵਾਂਗਾ ਤਾਂ ਸਹੀ, ਫਿਰ ਮੈਂ ਕਰੋਨਾ ਕਰਕੇ ਨਹੀਂ ਜਾ ਸਕਿਆ ਤੇ ਉਹਨਾਂ ਨੇ ਵੀ ਪ੍ਰਚਾਰ ਦਾ ਸਮਾਂ ਥੋੜਾ ਜਿਹਾ ਘਟਾਤਾ ਚੋਣ ਕਮਿਸ਼ਨ ਨੇ ਵੀ ਜਿਹੜਾ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੁੰਦਾ ਸੀ ਉਹ 72 ਘੰਟੇ ਹੋ ਗਿਆ। ਰਾਤ ਦੇ ਸਮੇਂ ਰਾਤ ਸ਼ਾਮ 7 ਵਜੇ ਤੋਂ ਸਵੇਰ ਦੇ 10 ਵਜੇ ਤੱਕ ਕਰਤਾ ਵੀ ਰੈਲੀਆਂ ਨਹੀਂ ਹੋਣਗੀਆਂ। ਇੱਦਾਂ ਦੀਆਂ ਕੁਛ ਕੁ ਹਦਾਇਤਾਂ ਜ਼ਰੂਰ ਚੋਣ ਕਮਿਸ਼ਨ ਨੇ ਕੀਤੀਆਂ, ਪਰ ਉਹਦੇ ਤੇ ਅਮਲ ਕਿੰਨਾ ਕੁ ਹੁੰਦਾ ਹੈ ਤਾਂ ਦੇਖਣ ਵਾਲੀ ਗੱਲ ਹੋਊਗਾ। ਪਰ ਪ੍ਰਧਾਨ ਮੰਤਰੀ ਸਾਹਿਬ ਕੱਲ ਵੀ ਉੱਥੇ ਰੈਲੀ ਕਰਕੇ ਆਏ ਆ, ਇੱਕ ਦਿਨ ਪਹਿਲਾਂ ਵੀ ਕਰਕੇ ਆਏ ਆ। ਆਉਂਦੇ ਸਮੇਂ ਦੇ ਵਿੱਚ ਉਹਨਾਂ ਦੇ ਰੈਲੀਆਂ ਦੇ ਪ੍ਰੋਗਰਾਮ ਹੈਗੇ ਆ, ਪਰ ਗਿਣਤੀ ਰੈਲੀਆਂ ਦੀ ਘਟਾਤੀ ਆ ਵੀ ਹਾਂ ਜਿੱਥੇ ਉਹਨਾਂ ਨੇ 15-20 ਕਰਨੀਆਂ ਸੀ ਉੱਥੇ ਉਹ 10 ਕਰ ਲੈਣਗੇ, ਰੈਲੀਆਂ ਨਹੀਂ ਛੱਡਣੀਆਂ ਅਸੀਂ। ਬਾਕੀ ਜੋ ਮਰਜ਼ੀ ਹੁੰਦਾ ਰਹੇ ਉਹ ਵੱਖਰੀ ਗੱਲ ਆ, ਗਿਣਤੀ ਰੈਲੀਆਂ ਦੀ ਘਟਾ ਦੇਣੀ। ਰੈਲੀਆਂ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਉਨੀ ਰਹੂਗੀ। ਇਸ ਕਰਕੇ ਸਾਨੂੰ ਉੱਥੇ ਅਜੇ ਕਰੋਨਾ ਬਾਰੇ ਨਾ ਹੀ ਜਾਈਏ ਬੰਗਾਲ ਵੱਲੋਂ ਤਾਂ ਚੰਗਾ ਆ। ਬੰਗਾਲ ਵੱਲ ਜਾਵਾਂਗੇ 27, 28, 29 ਅਪ੍ਰੈਲ ਤੋਂ ਬਾਅਦ। ਅੱਛਾ ਜੀ, ਠੀਕ। ਉਦੋਂ ਅਸਲੀ ਦ੍ਰਿਸ਼ ਪਤਾ ਲੱਗੂਗਾ ਵੀ ਵਾਕਿਆ ਉੱਥੇ ਕਰੋਨਾ ਹੈਗਾ ਕਿ ਨਹੀਂ ਹੈਗਾ, ਕਿਉਂਕਿ ਜਦੋਂ ਅਸਾਮ ਦੇ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਦੱਸਾਂਗੇ ਤੁਹਾਨੂੰ ਕਰੋਨਾ ਕਦੋਂ ਆ, ਤੇ ਹੁਣ ਉੱਥੇ ਚੋਣਾਂ ਦਾ ਅਮਲ ਨਿਬੜ ਗਿਆ, 2 ਤਰੀਕ ਨੂੰ ਰਿਜ਼ਲਟ ਆਉਣੇ ਆ। ਉਸ ਤੋਂ ਬਾਅਦ ਉਹਨਾਂ ਨੇ ਆਪੇ ਦੱਸ ਦੇਣਾ ਦੇਖੋ ਜੀ ਕਰੋਨਾ ਵਿਸਫੋਟ ਹੋ ਗਿਆ। ਨਾ ਹੀ ਹੋਵੇ ਚੰਗੀ ਗੱਲ ਆ, ਪਰ ਇਹੋ ਜਿਹੇ ਗੱਲ ਜਦੋਂ ਕਰਦੇ ਆ ਸਿਆਸਤਦਾਨ ਤੇ ਉਹਦਾ ਐਡਵਰਸ ਇਫੈਕਟ ਲੋਕਾਂ ਤੇ ਵਾਕਿਆ ਪੈਂਦਾ। ਇਹੀ ਕਾਰਨ ਹੈ ਵੀ ਅਜੇ ਤੱਕ ਇਹਨਾਂ ਦੀ ਵਿਸ਼ਵਾਸਯੋਗਤਾ ਬਣ ਨਹੀਂ ਸਕੀ। ਕਰੋਨਾ ਦੇ ਦੌਰ 'ਚ ਸ਼ੁਰੂ ਤੋਂ ਲੈ ਕੇ ਵੀ ਇਹਨਾਂ ਦੀ ਵਿਸ਼ਵਾਸਯੋਗਤਾ ਦੇ ਸਵਾਲ ਉੱਠਦੇ ਰਹੇ। ਕਈ ਤਾਂ ਮੰਨਣ ਨੂੰ ਹੀ ਤਿਆਰ ਨਹੀਂ ਸੀ 6-7 ਮਹੀਨੇ ਵੀ ਕਰੋਨਾ ਹੈ ਹੀ ਨਹੀਂ, ਇਹਨਾਂ ਦਾ ਆਪਦਾ ਤਿਆਰ ਕੀਤਾ ਆ। ਚਲੋ ਫਿਰ ਜਦੋਂ ਵਿਦੇਸ਼ਾਂ ਤੋਂ ਕਈ ਤਰ੍ਹਾਂ ਦੀਆਂ ਖਬਰਾਂ ਜਾਂ ਰਿਐਲਿਟੀ ਪਤਾ ਲੱਗੀ, ਜਾਂ ਜਿਹੜਾ ਇਸ ਦੌਰ 'ਚੋਂ ਲੰਘ ਕੇ ਆਉਂਦਾ ਤਜਰਬਾ ਦੱਸਦਾ ਰਿਹਾ ਕਿ ਵਾਕਿਆ ਹੀ ਇਹ ਤੋਂ ਬਚੋ, ਜਿੰਨਾ ਬਚ ਹੁੰਦਾ ਖਤਰਨਾਕ ਆ। ਉਸ ਤੋਂ ਬਾਅਦ ਥੋੜਾ ਯਕੀਨ ਹੋਣ ਲੱਗ ਪਿਆ, ਇੱਕਦਮ ਯਕੀਨ ਹੋ ਗਿਆ ਤੇ ਉਦੋਂ ਫਿਰ ਰਾਹਤ ਵੀ ਮਿਲਣੀ ਸ਼ੁਰੂ ਹੋ ਗਈ। ਕਰੋਨਾ ਨੂੰ ਆਪਾਂ ਮਾਤ ਵੀ ਦੇ ਦਿੱਤੀ। ਲੋਕਾਂ ਨੇ ਸਮੂਹਿਕ ਤੌਰ ਤੇ ਆਪਣੀ ਹਿੰਮਤ ਨਾਲ, ਸਰਕਾਰਾਂ ਨੇ ਤਾਂ ਜੋ ਕਰਨਾ ਕਰਤਾ, ਪਰ ਆਪਣੀ ਹਿੰਮਤ ਨਾਲ ਜੇ ਮਾਤ ਦੇ ਦਿੱਤੀ ਸੀਗੀ। ਤੰਗੀਆਂ ਤੁਰਸੀਆਂ ਝੱਲ ਲਈਆਂ ਸੀਗੀਆਂ, ਭੁੱਖੇ ਰਹਿ ਲਏ ਸੀਗੇ, ਮਜ਼ਦੂਰ ਆਵਾਗੌਰ ਹੋ ਗਏ ਸੀਗੇ ਰੋਟੀ ਤੋਂ, ਦਰ ਬਦਰ ਭਟਕਣਾ ਸ਼ੁਰੂ ਹੋ ਗਿਆ ਸੀਗਾ। ਉਸ ਦੌਰ ਦੇ ਵਿੱਚ ਉਹਨਾਂ ਨੇ ਆਪਣੀ ਹਿੰਮਤ ਨਾਲ ਹੀ ਇਹਨੂੰ ਥੋੜਾ ਜਿਹਾ ਰਾਹਤ ਮਿਲ ਗਈ ਸੀਗੀ। ਇਹਨਾਂ ਨੂੰ ਕਾਫੀ ਹੱਦ ਤੱਕ ਉਹਨੂੰ ਦਬਾਉਣ 'ਚ ਕਾਮਯਾਬ ਰਹੇ ਸੀਗੇ। ਪਰ ਜਦੋਂ ਜ਼ਿਆਦਾ ਵਿਸਲੇ ਹੋ ਗਏ ਤੇ ਉਹਨੇ ਸਿਰ ਮੁੜ ਕੇ ਫਿਰ ਚੱਕ ਲਿਆ। ਤੇ ਹੁਣ ਵੀ ਲੋਕਾਂ ਨੂੰ ਹੀ ਹਿੰਮਤ ਕਰਨੀ ਪਊਗੀ, ਨਹੀਂ ਤੇ ਫਿਰ ਸਰਕਾਰਾਂ ਤਾਂ ਇਹ ਕਹਿੰਦੀਆਂ ਵੀ ਆਕਸੀਜਨ ਤੇ ਹੈਗੀ ਆ, ਐਵੇਂ ਰੌਲਾ ਪਾਈ ਜਾਂਦਾ, ICU ਤਾਂ ਹੈਗਾ, ਐਵੇਂ ਰੌਲਾ ਪਾਈ ਜਾਂਦਾ। ਉਹ ਇਹਨਾਂ ਦੇ ਫਿਰ ਸਿਆਸਤਦਾਨ ਜ਼ਿਆਦਾ ਭੱਖ ਜਾਂਦੇ। ਜੇ ਹੁਣ ਰਾਹੁਲ ਗਾਂਧੀ ਨੇ ਰੈਲੀਆਂ ਰੱਦ ਕਰਤੀਆਂ ਤਾਂ ਵੀ ਉਹਦੇ ਤੇ ਆਵੇ ਤੂੰ ਕਿਉਂ ਰੱਦ ਕੀਤੀਆਂ। ਤੇ ਇਹਦੇ ਪ੍ਰਤੀ ਏਦਾਂ ਨਹੀਂ ਦੇਖਦੇ ਵੀ ਮਨੁੱਖਤਾ ਨੂੰ ਮੁੱਖ ਰੱਖੀਏ। ਚੋਣਾਂ ਦਾ ਕੀ ਆ, ਜੇ ਜਿਉਂਦੇ ਰਹਿ ਗਏ ਤੇ ਚੋਣਾਂ ਹੁੰਦੀਆਂ ਰਹਿਣਗੀਆਂ, ਆਉਣ ਵਾਲੇ ਸਮੇਂ 'ਚ ਹੋਰ ਵੀ ਹੁੰਦੀਆਂ। ਆਹ ਸਮਾਂ 6 ਮਹੀਨੇ ਲੰਘ ਜਾਣੇ, ਪੰਜਾਬ 'ਚ ਆ ਜਾਣੀਆਂ, ਉਸ ਦੇ ਨਾਲ ਹੋਰ ਵੀ ਸਟੇਟ ਹੈਗੇ ਉਹਨਾਂ 'ਚ ਵੀ ਆ ਜਾਣੀਆਂ। ਸੋ ਇਹ ਚੋਣਾਂ ਦਾ ਕੰਮ ਜਿਹੜਾ ਆ ਅਮਲ ਹੋਰ ਜਿੰਨੇ ਵੀ ਹੈਗੇ ਆ, ਹੋ ਸਕਦਾ ਕੁੰਭ ਦਾ ਮੇਲਾ ਆਪਾਂ ਕਰਦੇ ਆ, ਬਹੁਤ ਇਹਦਾ ਰੌਲਾ ਪਿਆ, ਉਹ ਮੁੜ ਕੇ ਵੀ ਆ ਸਕਦਾ ਸੀ। ਪਰ ਦੁਨੀਆ ਜੇ ਕਾਇਮ ਰਹੂਗੀ, ਦੁਨੀਆ ਤੰਦਰੁਸਤ ਰਹੂਗੀ ਤਾਂ ਫੇਰ ਹੀ ਉਹਨਾਂ ਇਹੋ ਜਿਹੇ ਜਿਹੜੇ ਤਿਉਹਾਰ ਆ ਮਨਾ ਸਕੂਗੀ। ਤੇ ਜੇ ਆਪਾਂ ਪਹਿਲਾਂ ਮਨੁੱਖਤਾ ਨੂੰ ਬਚਾਉਣ ਦਾ ਕੰਮ ਆ, ਮੈਂ ਇਹ ਗੱਲ ਸਿਆਸਤ ਦੀ ਗੱਲ ਕੀਤੀ ਸੀ ਤੇ ਇੱਕ ਵਾਰ ਪਹਿਲਾਂ ਵੀ ਦੱਸਿਆ ਸੀ ਵੀ ਨਾਰਵੇ ਦੀ ਪ੍ਰਧਾਨ ਮੰਤਰੀ ਨੂੰ 1.25 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਪੁਲਿਸ ਨੇ ਕਰਤਾ ਸੀ। ਔਰ ਪੁਲਿਸ ਨੇ ਟਿੱਪਣੀ ਜ਼ਰੂਰ ਕੀਤੀ ਸੀਗੀ ਵੀ ਜੇ ਕੋਈ ਆਮ ਬੰਦਾ ਹੁੰਦਾ ਤਾਂ ਫੇਰ ਬੇਸ਼ੱਕ ਅਸੀਂ ਇਹਨੂੰ ਮਾਫ ਕਰ ਦਿੰਦੇ, ਜੁਰਮਾਨਾ ਨਾ ਕਰਦੇ, ਪਰ ਤੁਸੀਂ ਜ਼ਿੰਮੇਵਾਰ ਆਗੂ, ਤੁਸੀਂ ਇਸ ਗੱਲ ਨੂੰ ਰੋਕਣਾ, ਹਦਾਇਤਾਂ ਕਰਨੀਆਂ, ਤੁਹਾਡੇ ਮਗਰ ਲੋਕਾਂ ਨੇ ਲੱਗਣਾ, ਤਾਂ ਤੁਸੀਂ ਹੀ ਇਹੋ ਜਿਹੀ ਅਣਗਹਿਲੀ ਕਰਦੇ ਆ, ਇਸ ਕਰਕੇ ਤੁਹਾਨੂੰ ਮਾਫ ਨਹੀਂ ਕੀਤਾ ਜਾ ਸਕਦਾ। ਬਹੁਤ ਵੱਡੀ ਗੱਲ ਸੀ ਇਹ। ਪਰ ਸਾਡੇ ਇੱਥੇ ਦੱਸ ਦਿਓ ਵੀ ਜੇ ਕਿਸੇ ਵੱਡੇ ਆਗੂ ਨੂੰ, ਜਿੱਥੇ ਉਹ ਇਕੱਠ ਕਰਦਾ, ਜਿੱਥੇ ਇਕੱਠ ਕਰਦੇ ਆ, ਤੁਸੀਂ ਹੁਣ ਰੈਲੀਆਂ ਵੱਲ ਨੂੰ ਆਪਾਂ ਜਾਂਦੇ ਆ, ਤਾਂ ਜੇ ਬਾਹਰਲੇ ਦੇਸ਼ 'ਚ ਦੇਖੀਏ ਤਾਂ ਜੇ ਕੋਈ 20-25 ਇਕੱਠ ਬੰਦੇ ਦਾ ਕਰਦਾ ਵੀ ਆ ਨਾ,
ਤੇ ਉਹ ਆਰਗੇਨਾਈਜ਼ਡ ਕਰਨ ਵਾਲੇ ਨੂੰ ਜੁਰਮਾਨਾ ਪੈਂਦਾ ਜੀ। ਔਰ ਥੋੜਾ ਨਹੀਂ, ਬਹੁਤ ਵੱਡੀ ਗਿਣਤੀ 'ਚ ਡਾਲਰਾਂ ਦਾ ਹਿਸਾਬ ਪੈਂਦਾ ਜੁਰਮਾਨਾ, ਤੇ ਉਹ ਲੋਕ ਡਰਦੇ ਕਰਦੇ ਨਹੀਂ। ਤੇ ਉੱਥੇ ਤਾਂ 20-25 ਜਣਿਆਂ ਦੇ ਇਕੱਠ ਤੇ ਜੁਰਮਾਨਾ ਹੋ ਗਿਆ, ਤੇ ਐਡੀ ਰੈਲੀਆਂ ਕਰਨ ਵਾਲੇ ਨੂੰ ਕੌਣ ਜੁਰਮਾਨਾ ਕਰੂ? ਇਹ ਸਾਡੀ ਜਿਹੜੀ ਆ ਤਰਾਸਦੀ ਆ ਦੇਸ਼ ਦੀ, ਵੀ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ। ਇਹ ਆਪਣੇ ਦੇਸ਼ 'ਚ ਇਦਾਂ ਆ। ਬਾਕੀ ਦੇਸ਼ ਵਾਲੇ ਜੇ ਨਿਯਮ ਸਾਰਿਆਂ ਲਈ ਆ ਤਾਂ ਸਾਰਿਆਂ ਲਈ ਆ, ਚਾਹੇ ਉਹ ਪ੍ਰਧਾਨ ਮੰਤਰੀ ਆ, ਚਾਹੇ ਛੋਟਾ ਆ, ਚਾਹੇ ਵੱਡਾ ਆ। ਸਾਡੇ ਇੱਥੇ ਇਹ ਆ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਉੱਥੇ ਕੁਝ ਹੋਰ, ਦਿੱਲੀ ਆ ਕੇ ਮੀਟਿੰਗ ਕਰਕੇ ਕੁਝ ਹੋਰ, ਤੇ ਕੁਦਰਤ ਵੀ ਹਜੇ ਬਚਾ ਇਹ ਆ ਵੀ ਆਪਾਂ ਸਰਕਾਰ ਜਿਹੜੀ ਆ ਉਹ ਜ਼ੋਰ ਦੇ ਰਹੀ ਆ ਪਰ ਲੋਕਡਾਊਨ ਨਹੀਂ ਕਰ ਸਕਦੇ, ਕਿਉਂਕਿ ਇਹ ਬਹੁਤ ਹੀ ਮੰਦੀ ਦੇ ਦੌਰ 'ਚ ਚੱਲ ਜਾਂਦਾ ਦੇਸ਼ ਜਦੋਂ ਲੋਕਡਾਊਨ ਵਾਲੀ ਸਥਿਤੀ ਕਰਦੇ ਆ। ਉਹ ਆਪਾਂ ਭੁਗਤ ਚੁੱਕੇ ਆ, ਤੇ ਸਰਕਾਰ ਬਚਦੀ ਇਸ ਗੱਲ ਨੂੰ, ਪਰ ਫਿਰ ਵੀ ਕਈ ਥਾਵਾਂ ਤੇ ਕੰਟੋਨਮੈਂਟ ਜ਼ੋਨ ਬਣਨ ਲੱਗ ਪਏ ਆ। ਆਪਣੇ ਦੂਰ ਨਹੀਂ ਜਾਣਾ, ਲੁਧਿਆਣੇ ਦੇ ਵਿੱਚ ਹੀ ਦੁਗਰੀ ਇਲਾਕੇ 'ਚ ਅਰਬਨ ਸਟੇਟ ਜਿਹੜਾ ਫੇਜ਼ 1 ਫੇਜ਼ 2, ਉਹ ਦੋਨਾਂ ਦੇ ਵਿੱਚ 100 ਤੋਂ ਵੱਧ ਕਰੋਨਾ ਦੇ ਮਾਮਲੇ ਆ ਗਏ, ਔਰ ਉੱਥੇ ਮਜਬੂਰਨ ਉਹਨਾਂ ਨੂੰ ਮੁਕੰਮਲ ਪਾਬੰਦੀ ਲੋਕਡਾਊਨ ਸੀਲ ਕਰਨਾ ਪਿਆ ਇਲਾਕਾ। ਤੇ ਇਹੋ ਜਿਹੇ ਹਾਲਾਤ ਹੋਰਾਂ ਥਾਵਾਂ ਤੇ ਵੀ ਬਣਦੇ ਦਿਖਾਈ ਦੇਣ ਲੱਗ ਪਏ ਆ, ਕਿਉਂਕਿ ਰੋਜ਼ਾਨਾ ਦੇ ਮਾਮਲੇ ਜਿਹੜੇ ਆ ਉਹ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਗਿਣਤੀ 'ਚ ਹੈਗੇ ਆ, ਦੇਸ਼ 'ਚ ਵੀ ਵੱਧ ਰਹੇ ਆ, ਪਰ ਸਥਿਤੀ ਜਿਹੜੀ ਆ ਮਹਾਰਾਸ਼ਟਰ ਨਾਲੋਂ ਦਿੱਲੀ ਦੀ ਬਦਤਰ ਹੋ ਗਈ ਆ। 2 ਦਿਨ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਕਹਿ ਰਹੇ ਆ ਵੀ ਸਾਡੇ ਕੋਲ ਹਜੇ ਵੀ 5000 ਤੋਂ ਵੱਧ ਬੈੱਡ ਅਵੇਲੇਬਲ ਆ, ਸਿਰਫ 2 ਦਿਨ ਪਹਿਲਾਂ। ਤੇ ਜਿਹੜੀ ਅੱਜ ਦੀ ਉਹਨਾਂ ਦੀ ਸਟੇਟਮੈਂਟ ਆ ਉਹ ਦੱਸ ਰਹੀ ਆ ਵੀ ਸਾਡੇ ਕੋਲ ਬੈੱਡ ਫੁੱਲ ਹੋ ਗਏ ਆ। ਤੇ ਇਸ ਤੋਂ ਪਤਾ ਲੱਗਦਾ ਵੀ ਹਾਲਾਤ ਕਿਸ ਤਰੀਕੇ ਨਾਲ ਤੇਜ਼ੀ ਨਾਲ ਬਦਤਰ ਹੁੰਦੇ ਜਾ ਰਹੇ ਆ। ਤੇ ਇੱਥੇ ਆਪਾਂ ਸਾਬਕਾ ਪ੍ਰਧਾਨ ਮੰਤਰੀ ਦੇ ਪੱਤਰ ਦੀ ਗੱਲ ਨਾ ਕੀਤੀ ਤਾਂ ਮੈਨੂੰ ਲੱਗੇਗਾ ਕਿ ਆਹ ਜਿਹੜਾ ਸੈਗਮੈਂਟ ਹੈ ਨਾ ਅਧੂਰਾ ਜਿਹਾ ਰਹਿ ਗਿਆ। ਬਿਲਕੁਲ ਜੀ। ਉਹਨਾਂ ਨੇ ਚਿੱਠੀ ਲਿਖੀ, ਕਿਹਨੂੰ ਲਿਖੀ, ਕਿਉਂ ਲਿਖੀ? ਦਰਅਸਲ ਨਾ ਜਿੰਨੀਆਂ ਵੀ ਸਰਕਾਰਾਂ ਪਹਿਲੇ ਸਮੇਂ 'ਚ ਦੇਸ਼ 'ਚ ਬਣਦੀਆਂ ਰਹੀਆਂ, ਉਹ ਆਪਣੇ ਪਹਿਲਾਂ ਤਜਰਬਾ ਹੰਢਾ ਕੇ ਗਏ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਜਾਂ ਹੋਰ ਵੱਡੇ ਅਹੁਦਿਆਂ 'ਚ ਰਹੇ ਆ, ਉਹਨਾਂ ਦੀਆਂ ਗਾਹੇ ਬਗਾਹੇ ਸਲਾਹਾਂ, ਉਹਨਾਂ ਦੇ ਨਾਲ ਸਲਾਹ ਮਸ਼ਵਰਾ ਸੁਝਾਅ ਆਪੇ ਲੈਂਦੀਆਂ ਰਹਿੰਦੀਆਂ ਸੀ। ਪਰ ਇਸ ਸਰਕਾਰ ਦੇ ਵਿੱਚ ਪਹਿਲੀ ਵਾਰੀ ਆ ਵੀ ਇਹਨਾਂ ਨੂੰ ਸੁਝਾਅ ਜ਼ਬਰਦਸਤੀ ਦੇਣੇ ਪੈਂਦੇ ਆ, ਜ਼ਬਰਦਸਤੀ ਸਲਾਹਾਂ ਦੇਣੀਆਂ ਪੈਂਦੀਆਂ। ਉਸੇ ਕੜੀ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰਾਂ ਨੇ ਪੱਤਰ ਲਿਖਿਆ, ਚਿੰਤਾ 'ਚ ਉਹ ਵੀ ਹਨ, ਕਾਂਗਰਸ ਪਾਰਟੀ ਵੀ ਚਿੰਤਾ 'ਚ। ਉਹਨਾਂ ਨੇ CWC ਮੀਟਿੰਗ ਕੇਵਲ ਤੇ ਕੇਵਲ ਕਰੋਨਾ ਦੀ ਸਥਿਤੀ ਬਾਰੇ ਹੀ ਕੀਤੀ ਸੀ 2 ਦਿਨ ਪਹਿਲਾਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਸਰਕਾਰ ਜਿਹੜੀ ਆ ਉਹ ਇਸ ਸਥਿਤੀ ਨਾਲ ਨਜਿੱਠਣ 'ਚ ਨਾਕਾਮ ਰਹੀ ਆ। ਉਸੇ ਕੜੀ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਚਿੱਠੀ ਲਿਖੀ ਆ, ਔਰ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਵੀ ਤੁਸੀਂ ਗਿਣਤੀ ਨਾ ਦੇਖੋ ਕਿੰਨੇ ਟੀਕੇ ਲੱਗ ਗਏ ਆ, ਪਰਸੈਂਟੇਜ ਦੇਖੋ ਆਬਾਦੀ ਦੀ, ਵੀ ਕਿੰਨੇ ਪਰਸੈਂਟੇਜ ਆਬਾਦੀ ਨੂੰ ਟੀਕਾ ਲੱਗ ਗਿਆ ਆ, ਤੇ ਇਹਦੇ ਵਿੱਚ ਹੋਰ ਤੇਜ਼ੀ ਲਿਆਓ। ਜੇ ਇਹਦੇ ਵਿੱਚ ਹੋਰ ਤੇਜ਼ੀ ਲਿਆਉਣ ਦਾ ਇੱਕ ਉਹਨਾਂ ਨੇ ਸੁਝਾਅ ਹੋਰ ਦਿੱਤਾ ਵੀ ਸਟੇਟਾਂ ਦੇ ਉੱਤੇ ਛੱਡ ਦਿਓ, ਵੀ ਉਹ ਦੇਖਣ ਫਰੰਟ ਲਾਈਨਰ ਜਿਹੜੇ ਆ ਉਹ 45 ਸਾਲ ਤੋਂ ਉੱਪਰ ਵਾਲੇ ਆ ਜਾਂ ਥੱਲੇ ਵਾਲੇ ਆ, ਜਿਹੜੇ ਵੀ ਫਰੰਟ ਲਾਈਨਰ ਆ ਉਹਨਾਂ ਸਾਰਿਆਂ ਦੇ ਵਿੱਚ, ਚਾਹੇ ਡਰਾਈਵਰ ਆ, ਚਾਹੇ ਸਵੀਪਰ ਆ, ਚਾਹੇ ਕੋਈ ਵੀ ਆ, ਜ਼ਰੂਰੀ ਨਹੀਂ ਵੀ 45 ਸਾਲ ਤੋਂ ਉੱਪਰ ਵਾਲੇ ਹੀ ਆ। ਹੁਣ ਫਰੰਟ ਲਾਈਨਰ ਦੇ ਵਿੱਚ ਕਈ ਇਹੋ ਜਿਹੇ ਹੈਗੇ ਆ ਜਿਹੜੇ ਥੋੜੇ ਆ, ਜਾਂ ਫਰੰਟ ਲਾਈਨਰ ਪਹਿਲਾਂ ਵੀ ਪਹਿਲੀ ਕੈਟਾਗਰੀ ਦੇ ਵਿੱਚ ਟੀਕੇ ਲੱਗਣ ਦੇ ਵਿੱਚ ਆ ਗਏ ਸੀਗੇ, ਪਰ ਹੁਣ ਬਾਵਜੂਦ ਇਸ ਦੇ ਉਸ ਕੈਟਾਗਰੀ ਤੋਂ ਗਾਹਾਂ ਵੀ ਲੰਘ ਗਏ ਆ, 45 ਸਾਲ ਤੋਂ ਉੱਪਰ ਵਾਲਾ ਵੀ ਲਾਉਣ ਲੱਗ ਪਏ ਆ। ਪਰ ਸਟੇਟਾਂ ਨੂੰ ਉਹ ਕਹਿੰਦੇ ਅਧਿਕਾਰ ਦਿਓ ਵੀ ਉਹ ਤੈਅ ਕਰਨ ਵੀ ਅਸੀਂ ਕਿਹਨਾਂ ਨੂੰ ਟੀਕਾ ਲਾਉਣਾ, ਕਿਹਨਾਂ ਨੂੰ ਨਹੀਂ ਲਾਉਣਾ, ਤਾਂ ਕਿ ਇਸ ਟੀਕਾਕਰਨ ਮੁਹਿੰਮ ਨੂੰ ਹੋਰ ਜ਼ੋਰ ਦਿੱਤਾ ਜਾ ਸਕੇ। ਮਤਲਬ ਕਹਿਣ ਦਾ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਸਾਫ਼ ਕਿਹਾ ਵੀ ਤੁਹਾਡੀ ਜਿਹੜੀ ਆ ਇਸ ਕਰੋਨਾ ਦੀ ਦੂਜੀ ਲਹਿਰ ਨਾਲ ਨਿਪਟਣ ਦੀ ਜਿਹੜੀ ਯੋਜਨਾਬੰਦੀ ਆ ਉਹ ਨਾਕਾਮ ਹੁੰਦੀ ਦਿਸ ਰਹੀ ਆ। ਹਾਲਾਤ ਖਰਾਬ ਹੋ ਰਹੇ ਆ, ਇਹਨੂੰ ਜਿੰਨਾ ਜਲਦੀ ਕੰਟਰੋਲ ਕਰ ਸਕੂਗੇ ਚੰਗੀ ਗੱਲ ਆ। ਇਹਦੇ ਵਿੱਚ ਟੈਸਟਿੰਗ ਟ੍ਰੀਟਿੰਗ ਤਾਂ ਗੱਲ ਹੈਗੀ ਆ, ਉਹਦੇ ਵਿੱਚ ਵੀ ਫੇਲ ਹੋ ਗਏ ਆ। ਜਿੱਥੇ ਇਹਨਾਂ ਨੇ ਪਿਛਲੇ ਸਾਲ ਟੀਚਾ ਰੱਖਿਆ ਸੀਗਾ ਵੀ ਟੈਸਟਿੰਗ ਦਾ ਜਿਹੜਾ ਇੱਕ ਦਿਨ ਦਾ 15 ਲੱਖ ਦਾ ਟੀਚਾ ਰੱਖਣਾ, ਉਹ ਹਾਲੇ ਵੀ ਉੱਥੇ ਖੜੇ ਆ। 15 ਲੱਖ ਤੋਂ ਘੱਟ ਦੀ ਟੈਸਟਿੰਗ ਹੋ ਰਹੀ ਆ, ਉਸ ਤੋਂ ਵਧੀ ਨਹੀਂ। ਇਹਨਾਂ ਨੇ ਕਿਹਾ ਸੀਗਾ ਪਿਛਲੇ ਸਾਲ ਵੀ 162 ਹਸਪਤਾਲਾਂ ਦੇ ਵਿੱਚ ਆਕਸੀਜਨ ਦੇ ਪਲਾਂਟ ਲਾ ਦਿੱਤੇ ਜਾਣਗੇ। ਉਹ ਲੱਗੇ ਕਿ ਨਹੀਂ ਲੱਗੇ ਪਤਾ ਨਹੀਂ, ਪਰ 100 ਦਾ ਹੋਰ ਐਲਾਨ ਕਰਤਾ ਥੋੜੇ ਦਿਨ ਪਹਿਲਾਂ ਹੀ। ਆਕਸੀਜਨ ਐਕਸਪ੍ਰੈਸ ਵੀ ਕਹਿੰਦੇ ਸ਼ੁਰੂ ਕਰ ਹੁਣ ਕਹਿੰਦੇ ਉਹ ਗੱਡੀ ਜਿਹੜੀ ਆ ਆਕਸੀਜਨ ਐਕਸਪ੍ਰੈਸ। ਦੇਖੋ ਕਰੋਨਾ ਦਾ ਜਿਹੜਾ ਸਭ ਤੋਂ ਵੱਡਾ ਹਥਿਆਰ ਸੀਗਾ ਉਹ ਸੀ ICU ਤੇ ਆਕਸੀਜਨ। ਇਹ 2 ਚੀਜ਼ਾਂ ਹਥਿਆਰ ਆ ਕਰੋਨਾ ਨੂੰ ਮਾਤ ਦੇਣ ਦੀਆਂ। ਦੋਨਾਂ 'ਚ ਹੀ ਦੇਸ਼ ਸਾਡਾ ਉਹ ਸਾਲ ਲੰਘਣ ਤੋਂ ਬਾਅਦ ਫਿਰ ਉੱਥੇ ਖੜਾ ਆ। ਆਕਸੀਜਨ ਦੀ ਫੇਰ ਕਮੀ ਆ, ICU ਬੈੱਡਾਂ ਦੀ ਫੇਰ ਕਮੀ ਆ, ਵੈਂਟੀਲੇਟਰ ਕਹਿੰਦੇ ਮੰਗਾਏ ਆ ਉਹ ਫੇਰ ਪੂਰੇ ਨਹੀਂ ਹੋ ਰਹੇ ਆ। ਵੈਂਟੀਲੇਟਰ ਔਰ ਆਕਸੀਜਨ ਤਾਂ ਬੇਹੱਦ ਲਾਜ਼ਮੀ ਆ ਨਾ ਜਿਹੜੇ ਗੰਭੀਰ ਮਰੀਜ਼ ਆ ਕਰੋਨਾ ਦੇ, ਪਰ ਇਹਨਾਂ ਨੇ ਉਧਰ ਧਿਆਨ ਨਹੀਂ ਦਿੱਤਾ। ਤੇ ਹੁਣ
ਆ ਨਵੀਂ ਗੱਲ ਜਿਹੜੀ ਆਈ ਆ ਵੀ ਇਹਨਾਂ ਨੇ ਉਦਯੋਗਾਂ ਨੂੰ ਜਿਹੜੇ ਆਕਸੀਜਨ ਸਪਲਾਈ ਕਰਦੇ ਸੀਗੇ ਉਹ ਟੋਟਲੀ ਬੰਦ ਕਰਤੇ ਆ ਜੀ। ਫਿਰ ਇਹਦਾ ਮਤਲਬ ਕਮੀ ਤਾਂ ਹੈ ਨਾ ਕਿਤੇ, ਆਕਸੀਜਨ ਦੀ ਕਮੀ ਤਾਂ ਹੈ। ਜੇ ਤੁਸੀਂ ਕੋਈ ਬੰਦਾ ਤੁਹਾਨੂੰ ਫੋਨ ਕਰਕੇ ਕਹਿੰਦਾ ਸਾਨੂੰ ਆਹ ਚੀਜ਼ ਲੋੜ ਆ, ਤੁਸੀਂ ਉਹਨੂੰ ਕਹਿੰਦੇ ਡਰਾਮਾ ਕਰਦੇ ਆ, ਤੁਸੀਂ ਆਪ ਹੁਣ ਉਦਯੋਗਾਂ ਨੂੰ ਆਕਸੀਜਨ ਬੰਦ ਕਰਕੇ ਆਕਸੀਜਨ ਐਕਸਪ੍ਰੈਸ ਚਲਾਉਣ ਲੱਗੇ ਆ ਜੀ, ਤੇ ਫਿਰ ਤੁਹਾਨੂੰ ਲੱਗਦਾ ਕਮੀ ਆ, ਅਗਲਿਆਂ ਨੂੰ ਨਹੀਂ ਲੱਗਾ ਕਮੀ ਦਾ ਮਤਲਬ ਕਹਿਣ ਦਾ ਅਸੀਂ ਜੋ ਕਹੀਏ ਉਹ ਠੀਕ ਆ, ਤੁਹਾਡੇ ਲਈ ਅਸੀਂ ਸਾਨੂੰ ਕੋਈ ਪਤਾ ਨਹੀਂ, ਤੁਸੀਂ ਖਰੇ ਡਰਾਮਾ ਹੀ ਕਰਦੇ ਆ। ਸੋ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਰਕੇ ਹੀ ਇਹਦੇ ਤੇ ਕਾਰਗਰ ਸਥਿਤੀ ਨਾਲ, ਕਾਰਗਰ ਤਰੀਕੇ ਨਾਲ ਅਮਲ ਕਰਕੇ ਇਹਨੂੰ ਜੇ ਕਾਬੂ ਪਾਉਣਾ ਤਾਂ ਟੈਸਟਿੰਗ ਟ੍ਰੀਟਿੰਗ ਦੇ ਨਾਲ ਵੈਕਸੀਨੇਸ਼ਨ ਬਹੁਤ ਵੱਡੀ ਪੱਧਰ ਤੇ ਹੋਣਾ ਚਾਹੀਦਾ, ਜਿਹਦੇ ਵਿੱਚ ਮੈਨੂੰ ਲੱਗਦਾ ਪ੍ਰੋਡਕਸ਼ਨ 'ਚ ਵੀ ਕਮੀ ਆ ਗਈ। ਜੀ ਟੀਕੇ ਤੇ ਆਪਾਂ ਗੱਲ ਕਰਾਂਗੇ ਇਸੇ ਪ੍ਰੋਗਰਾਮ ਦੇ ਵਿੱਚ, ਪਰ ਇਸ ਵੇਲੇ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਸ਼ੇਰਗਿੱਲ ਜੀ, ਟੀਕੇ ਦੀ ਗੱਲ ਸ਼ੁਰੂ ਕੀਤੀ ਸੀ ਆਪਾਂ, ਤੇ ਟੀਕਾਕਰਨ ਕਿੱਥੋਂ ਤੱਕ ਪਹੁੰਚਿਆ ਹੈ, ਟੀਕਿਆਂ ਦੀ ਸਪਲਾਈ ਸਹੀ ਹੈ ਕਿ ਨਹੀਂ ਹੈ, ਤੇ ਕਿਤੇ ਕਿਤੇ ਕਿਸੇ ਟੀਕੇ ਦੀ ਜਾਂ ਇਸ ਟੀਕੇ ਦੀ ਕਾਲਾ ਬਾਜ਼ਾਰੀ ਵੀ ਸ਼ੁਰੂ ਹੈ। ਬਿਲਕੁਲ, ਮੈਂ ਥੋੜੀ ਜਿਹੀ ਪਿਛਲੀ ਗੱਲ ਨਾਲ ਜੋੜ ਦਵਾਂ ਵੀ ਮਨਮੋਹਨ ਸਿੰਘ ਹੋਰਾਂ ਨੇ ਇਹ ਵੀ ਕਿਹਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਟੀਕੇ ਲੱਗ ਰਹੇ ਆ, ਜਿਨ੍ਹਾਂ ਨੂੰ ਅਪਰੂਵਲ ਮਿਲ ਗਈ ਆ, ਉਹਦੇ ਨਤੀਜੇ, ਉਹਦੇ ਰਿਜ਼ਲਟ ਬਹੁਤ ਵਧੀਆ ਆ ਰਹੇ ਆ, ਤੇ ਉਹਨੂੰ ਹਜੇ ਤੱਕ ਇੰਡੀਆ ਦੇ ਵਿੱਚ ਕਿਉਂ ਨਹੀਂ ਮਿਲੀ ਅਪਰੂਵਲ? ਇਹ ਮਿਲਣੀ ਚਾਹੀਦੀ ਆ ਜੀ। ਜਿਨ੍ਹਾਂ 'ਚ ਫਾਈਜ਼ਰ ਹੋ ਗਿਆ, ਮੋਡਰਨਾ ਹੋ ਗਿਆ, ਜਾਂ ਜਿਹੜੀਆਂ ਰੂਸ ਵਾਲੇ ਨੂੰ ਮਿਲ ਗਈ ਅਪਰੂਵਲ, ਹਜੇ ਲੱਗਣੇ ਸ਼ੁਰੂ ਨਹੀਂ ਹੋਏ ਜੀ। ਉਹਨਾਂ ਨੇ ਇਸ ਗੱਲ ਤੇ ਵੀ ਆ ਵੀ ਆਪਾਂ ਉਸ ਟੀਕਿਆਂ ਨੂੰ ਇੰਡੀਆ 'ਚ ਲਾਉਣੇ ਕਿਉਂ ਨਹੀਂ ਸ਼ੁਰੂ ਕੀਤੇ ਹਜੇ ਤੱਕ? ਜੇ ਲੱਗਦੇ ਹੁੰਦੇ ਤਾਂ ਨਾਲ ਦੀ ਨਾਲ ਕਾਫੀ ਗਿਣਤੀ ਤੱਕ ਇਹਦੀ ਕਵਰ ਹੋ ਜਾਣਾ ਸੀਗਾ। ਗੱਲ ਇੱਥੇ ਹੁਣ ਟੀਕਿਆਂ ਦੀ ਆਪਾਂ ਕਰਦੇ ਆ, ਤਾਂ ਪਹਿਲਾਂ ਤਾਂ ਟੀਕਿਆਂ ਕਰਕੇ ਲੋਕਾਂ 'ਚ ਜੋ ਭਰਮ ਭੁਲੇਖੇ ਸੀ ਜੀ, ਉਹਨੂੰ ਜਾਗਰੂਕ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ? ਮਹੀਨਾ ਡੇਢ ਮਹੀਨਾ ਤਾਂ ਲੋਕਾਂ ਦੇ ਵਿੱਚ ਇਸੇ ਗੱਲ ਦਾ ਵਹਿਮ ਸੀਗਾ ਵੀ ਇੰਡੀਆ ਦੇ ਟੀਕੇ ਲਾਈਏ ਕਿ ਦੂਜੇ ਲਾਈਏ, ਆਹ ਟੀਕਾ ਲਾਈਏ ਕਿ ਦੂਸਰਾ ਲਵਾਈਏ, ਫਲਾਣੇ ਨੇ ਟੀਕਾ ਲਾਇਆ, ਫਲਾਣੇ ਨੂੰ ਇਦਾਂ ਹੋ ਗਿਆ, ਉਹਨੇ ਟੀਕਾ ਲਾਇਆ, ਉਹਦੇ ਨਾਲ ਫਿਰ ਇਦਾਂ ਹੋ ਗਿਆ। ਮੰਤਰੀਆਂ ਦੀ ਫੋਟੋਆਂ ਆ ਗਈਆਂ ਟੀਕਾ ਲਾਉਂਦੇ, ਤੇ ਉਹਦੇ ਤੇ ਕਈ ਲੋਕ ਸਵਾਲ ਕਰਦੇ ਰਹੇ ਪਏ, ਨਹੀਂ ਇਹ ਤਾਂ ਐਵੇਂ ਹੀ ਆ, ਸ਼ੋਸ਼ੇਬਾਜ਼ੀ ਆ। ਤੇ ਜੇ ਹੁਣ ਲੋਕਾਂ 'ਚ ਉਹ ਭਰਮ ਦੂਰ ਹੋਇਆ, ਲੋਕਾਂ ਦੀਆਂ ਲਾਈਨਾਂ ਲੱਗਣ ਲੱਗ ਪਈਆਂ ਵੈਕਸੀਨੇਸ਼ਨ ਕੈਂਪਾਂ ਦੇ ਉੱਤੇ ਟੀਕੇ ਲਗਵਾਉਣ ਲਈ, ਤੇ ਤੁਹਾਡੇ ਟੀਕੇ ਮੁੱਕ ਗਏ। ਤੇ ਫਿਰ ਆਪਾਂ ਕਹਿੰਦੇ ਆ ਜੀ ਟੀਕਾ ਉਤਸਵ ਮਨਾਇਆ ਜਾਵੇ। ਹੁਣ ਖਾਲੀ ਸਿਰਿੰਜ ਨਾਲ ਟੀਕਾ ਉਤਸਵ ਕਿੰਨਾ ਮਨਾਵਾਂਗੇ? ਇਹ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਸੀਗਾ ਵੀ ਠੀਕ ਆ, ਤੁਸੀਂ 70-80 ਦੇਸ਼ਾਂ ਨੂੰ ਬਾਹਰ ਐਕਸਪੋਰਟ ਕਰ ਦਿੱਤਾ ਟੀਕਾ, ਫਟਾਫਟ ਚਾਹੀਦਾ ਸੀ, ਉਹਨਾਂ ਨੂੰ ਲੋੜ ਸੀਗੀ, ਪਰ ਜਦੋਂ ਇਹੋ ਜਿਹੇ ਹਾਲਾਤ ਬਣਿਆ ਤਾਂ ਉਹ ਐਕਸਪੋਰਟੇਸ਼ਨ ਬੰਦ ਕਰ ਦੇਣੀ ਚਾਹੀਦੀ ਸੀਗੀ। ਹੁਣ ਨਵੀਂ ਗੱਲ ਇੱਕ ਹੋਰ ਆਈ ਸੀਗੀ ਵੀ ਆਧਾਰ ਪੂਨਾਵਾਲਾ ਜਿਹੜਾ ਸੀਰਮ ਇੰਸਟੀਚਿਊਟ ਦੇ ਆ, ਉਹ ਕਹਿੰਦੇ ਵੀ ਜਿਹੜਾ ਟੀਕਾ ਉਹਨਾਂ ਦੇ ਕੋਲ ਬਣ ਰਿਹਾ, ਉਹਦਾ ਕੱਚਾ ਮਾਲ ਜਿਹੜਾ ਆਉਂਦਾ, ਰॉ ਮਟੀਰੀਅਲ ਅਮਰੀਕਾ ਤੋਂ ਆਉਂਦਾ, ਤੇ ਉੱਥੇ ਅਮਰੀਕਾ ਨੇ ਉਹਦੇ ਤੇ ਪਾਬੰਦੀ ਲਾਈ ਹੋਈ ਆ। ਤੇ ਆਧਾਰ ਪੂਨਾਵਾਲਾ ਇਸ ਹਾਲਾਤ ਵਿੱਚ ਮੌਜੂਦਾ ਸਥਿਤੀ 'ਚ ਆ ਕੇ ਉਹਨਾਂ ਨੂੰ ਅਪੀਲ ਕਰ ਰਹੇ ਆ ਵੀ ਅਮਰੀਕਾ ਵਾਲੇ ਉਹ ਰॉ ਮਟੀਰੀਅਲ ਤੇ ਲੱਗੇ ਐਕਸਪੋਰਟ ਦੀ ਪਾਬੰਦੀ ਨੂੰ ਖਤਮ ਕਰੋ। ਦੇਖੋ ਕਿਹੋ ਜਿਹੀ ਸਥਿਤੀ ਜਿਹੜੀ ਆ, ਆਪਾਂ ਕਿੱਧਰਲੇ ਗੁਜ਼ਰ ਰਹੇ ਆ, ਕਿਹੋ ਜਿਹੀ ਸਥਿਤੀ 'ਚੋਂ ਲੰਘ ਰਹੇ ਆ। ਤੇ ਉਦੋਂ ਸਾਰਾ ਕੁਝ ਇਹਨਾਂ ਨੂੰ ਚੇਤਾ ਆ ਰਿਹਾ ਵੀ ਹੁਣ 100 ਪਲਾਂਟ ਆਕਸੀਜਨ ਦੇ ਵੀ ਕਹਿ ਰਹੇ ਆ, ਕਦੋਂ ਤੱਕ ਬਣਨੇ ਪਤਾ ਨਹੀਂ, ਪਹਿਲੇ ਬਣ ਗਏ ਕਿ ਨਹੀਂ ਪਤਾ, ਇਹ ਵੀ ਨਹੀਂ ਪਤਾ। ਆਕਸੀਜਨ ਦੀ ਸਭ ਤੋਂ ਵੱਡੀ ਘਾਟ ਹੈ ਜੋ ਪਹਿਲਾਂ ਹੀ ਇਹਨਾਂ ਨੂੰ ਪੂਰੀ ਕਰਨੀ ਚਾਹੀਦੀ ਸੀਗੀ ਇਹਨੇ ਸਮੇਂ ਦੇ ਵਿੱਚ। ਉਦੋਂ ਵੀ ਮਾਹਰ ਵਿਗਿਆਨੀ ਕੇਵਲ ਆਪਣੇ ਇੰਡੀਆ ਦੇ ਨਹੀਂ, ਵਿਦੇਸ਼ਾਂ ਦੇ ਵੀ ਰੌਲਾ ਪਾਉਂਦੇ ਸੀਗੇ ਵੀ ਇਹਦੀ ਅਗਲੀ ਲਹਿਰ ਜਿਹੜੀ ਆ ਉਹ ਬਹੁਤ ਮਾਰੂ, ਬਹੁਤ ਘਾਤਕ ਆਉਣ ਵਾਲੀ ਆ, ਸਿੱਧ ਹੋ ਸਕਦੀ ਆ, ਔਰ ਉਹ ਹੋ ਵੀ ਰਹੀ ਆ, ਸਾਡੇ ਸਾਹਮਣੇ ਆ। ਉਦੋਂ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ, ਆਪਾਂ ਨੂੰ ਕੀ ਪਰਵਾਹ, ਆਪਾਂ ਤਾਂ ਗਾਹਾਂ ਵੋਟਾਂ ਹੀ ਲੈਣੀਆਂ, ਜਿੱਥੇ ਚੋਣਾਂ ਹੋਣਗੀਆਂ ਉੱਥੇ ਜਾ ਵੜਾਂਗੇ, ਆਪਾਂ ਕਹਾਂਗੇ ਕੋਈ ਨਹੀਂ, ਜਿੱਥੇ ਕਰੋਨਾ ਹੈ ਨਹੀਂ, ਜਦੋਂ ਅਸੀਂ ਕਹਾਂਗੇ ਫੇਰ ਆ ਜਾਊਗਾ। ਇਸ ਸਥਿਤੀ ਵੱਲ ਨੂੰ ਸਰਕਾਰ ਦਾ ਵਾਕਿਆ ਧਿਆਨ ਹੈ ਨਹੀਂ ਸੀਗਾ। ਜੇ ਹੁੰਦਾ ਤਾਂ ਇਹੋ ਜਿਹੇ ਹਾਲਾਤ ਇੰਨੇ ਬਦਤਰ ਬੇਸ਼ੱਕ ਨਾ ਹੁੰਦੇ, ਥੋੜੇ ਹੁੰਦੇ, ਪਰ ਫਿਰ ਵੀ ਕਾਬੂ ਹੇਠ ਜ਼ਰੂਰ ਰਹਿਣੇ ਸੀਗੇ। ਹੁਣ ਬੇਕਾਬੂ ਹੋਇਆ ਲੱਗ ਰਿਹਾ, ਜੋ ਵੀ ਹਾਲਾਤ ਸਟੇਟਾਂ ਦੇ ਆ ਰਹੇ ਆ। ਸ਼ਮਸ਼ਾਨ ਘਾਟ ਦੇ ਵਿੱਚ ਚਿਮਨੀਆਂ, ਭੱਠੀਆਂ, ਉਹ ਲਗਾਤਾਰ ਬਲ ਕੇ ਉਹ ਪਿਘਲ ਰਹੀਆਂ। ਲੱਕੜਾਂ ਨਹੀਂ ਮਿਲ ਰਹੀਆਂ ਜਿੱਥੇ ਦਾਹ ਸੰਸਕਾਰ ਹੁੰਦਾ ਆ, ਉਹ ਸੰਸਕਾਰ ਵਾਸਤੇ ਲੱਕੜਾਂ ਦੀ ਘਾਟ ਹੋ ਗਈ ਆ। ਇੱਥੋਂ ਤੱਕ ਕਿ ਉਹਨਾਂ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਈਨਾਂ ਲੱਗੀਆਂ ਪਈਆਂ। ਇਹ ਸਾਰੇ ਜੇ ਸਥਿਤੀ ਦਾ ਅੰਕੜਿਆਂ ਵੱਲ ਨਿਗਾਹ ਮਾਰੀਏ ਤਾਂ ਬਹੁਤ ਭਿਆਨਕ ਦ੍ਰਿਸ਼ ਪੇਸ਼ ਕਰਦੀ ਆ। ਫਿਰ ਚਾਹੇ ਉਹ ਛੱਤੀਸਗੜ੍ਹ ਦਾ ਦੇਖ ਲਈਏ ਤੇ ਇੱਕੋ ਪਰਿਵਾਰ ਦੇ 4-4 5-5 ਜੀ ਕਰੋਨਾ ਦੀ ਭੇਟ ਚੜ੍ਹ ਗਏ। ਉੜੀਸਾ ਵੱਲ ਦੇਖ ਲਈਏ ਤਾਂ ਵੀ ਹਾਲਾਤ ਇਹ ਆ। ਤਾਂ ਹੁਣ ਜਿਹੜਾ ਯੂਪੀ ਦਾ ਕੰਮ ਆ, ਯੂਪੀ ਦੇ ਵਿੱਚ ਵੀ 24 ਘੰਟਿਆਂ ਦੇ ਵਿੱਚ 25-26 ਹਜ਼ਾਰ ਤੋਂ ਵੱਧ ਕੇਸ ਆਉਣ ਲੱਗ ਪਏ ਆ। ਪ੍ਰਧਾਨ ਮੰਤਰੀ ਹੋਰਾਂ ਦੇ ਆਪਣੇ ਹਲਕੇ ਵਾਰਾਣਸੀ ਦੀ ਹਾਲਤ ਵੀ ਇਸ ਤੋਂ ਵੀ ਬਦਤਰ ਆ, ਲਖਨਊ ਦੀ ਇਹ ਤੋਂ ਵੀ ਬਦਤਰ ਆ। ਐਂਬੂਲੈਂਸਾਂ ਦੀ ਲਾਈਨਾਂ ਲੱਗੀਆਂ ਪਈਆਂ, ਲੋਕ ਆਕਸੀਜਨ ਤੋਂ ਬਿਨਾਂ ਹੀ ਕਈ ਥਾਵਾਂ ਤੇ ਮੌਤ ਦੀ ਭੇਟ ਚੜ੍ਹਦੇ ਦੇਖੇ ਗਏ ਆ। ਜੇ ਆਪਾਂ ਅੱਜ ਦੀ ਸਥਿਤੀ ਦੇਖੀਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਵੀ ਘੱਟੋ ਘੱਟ
ਮੇਰੇ ਖਿਆਲ ਵਿੱਚ ਜੋ ਮੈਂ ਪੜਿਆ 12 ਮਰੀਜ਼ਾਂ ਦੀ ਮੌਤ ਜਿਹੜੀ ਆ ਉਹ ਆਕਸੀਜਨ ਤੋਂ ਬਿਨਾਂ ਹੀ ਜੀ ਹੋ ਗਈ ਆ। ਤੇ ਇਹਦੇ ਲਈ ਜ਼ਿੰਮੇਵਾਰ ਸਰਕਾਰ ਨੂੰ ਲੈਣੀ ਪਊਗੀ, ਤਾਂ ਹੀ ਇਹਦੇ ਨਾਲ ਕੰਮ ਚੱਲੂਗਾ, ਨਹੀਂ ਤਾਂ ਫਿਰ ਕੱਲੇ ਗੱਲਾਂ ਬਾਤਾਂ ਕਰਕੇ ਜਾਂ ਮੀਟਿੰਗਾਂ ਕਰਕੇ ਇਹ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਤੇ ਥੋੜੇ ਜਿਹੇ ਸ਼ਬਦਾਂ 'ਚ ਪੰਜਾਬ ਦੀ ਸਥਿਤੀ ਬਾਰੇ ਦੱਸ ਦਿਓ। ਪੰਜਾਬ ਦੀ ਸਥਿਤੀ ਵੀ ਜਿਹੜੀ ਹੁਣ ਉਹ 6-7 ਹਜ਼ਾਰ ਤੱਕ ਪਹੁੰਚਣ ਲੱਗ ਪਈ ਆ। ਜਿਹੜੀ ਗਿਣਤੀ ਮੌਤਾਂ ਦੀ 50-60 ਦੇ ਵਿੱਚ ਸੀ ਉਹ 60 ਤੋਂ ਵੀ ਉੱਪਰ ਟੱਪਣ ਲੱਗ ਪਈ ਆ। ਸਭ ਤੋਂ ਵੱਧ ਜਿਹੜੇ ਮੌਤਾਂ ਆ ਉਹ ਆਈ ਥਿੰਕ ਮੋਹਾਲੀ ਇਲਾਕੇ 'ਚੋਂ ਆ ਰਹੀਆਂ। ਹੁਸ਼ਿਆਰਪੁਰ ਦਾ ਜ਼ਿਲ੍ਹਾ ਵੀ ਉਹ ਲਾ ਲਓ, ਜਲੰਧਰ ਹੋਇਆ, ਲੁਧਿਆਣਾ ਦਾ ਆਪਾਂ ਜ਼ਿਕਰ ਕੀਤਾ ਹੀ ਆ ਵੀ 2 ਜਿਹੜੇ ਇਲਾਕੇ ਉੱਥੇ ਕੰਟੋਨਮੈਂਟ ਜ਼ੋਨ ਜਿਹੜੇ ਬਣਾਤੇ ਗਏ ਆ। ਇਹਦੇ ਵਿੱਚ ਇੱਕ ਹੋਰ ਗੱਲ ਆ ਵੀ ਇਸ ਵੇਲੇ ਪੰਜਾਬ 'ਚ ਕਣਕ ਦੀ ਜਿਹੜੀ ਗਹਾਈ ਦਾ ਕੰਮ ਚੱਲ ਰਿਹਾ, ਮੰਡੀਆਂ ਦੇ ਵਿੱਚ ਮਜ਼ਦੂਰਾਂ ਨੇ ਕੰਮ ਵੀ ਕਰ ਰਹੇ ਆ, ਹੈ ਭਾਵੇਂ ਘੱਟ ਲੱਭ ਨਹੀਂ ਰਹੇ, ਪਰ ਉੱਥੇ ਕਿਸਾਨ ਲੈ ਕੇ ਜਾ ਰਹੇ ਆ। ਉਹ ਸਾਰਾ ਜਿਹੜਾ ਤਾਮ-ਝਾਮ ਇਸ ਵੇਲੇ ਚੱਲ ਰਿਹਾ ਉਹ ਪੂਰਾ ਸਰਗਰਮੀ ਵਾਲਾ ਆ। ਤੇ ਉਸ ਦੇ ਦੌਰਾਨ ਹੀ ਕਰੋਨਾ ਦੇ ਕੇਸ ਵੱਧ ਰਿਹਾ, ਇਹ ਹੋਰ ਵੀ ਚਿੰਤਾਜਨਕ ਆ। ਕਿਉਂਕਿ ਕਿਸਾਨਾਂ ਦੇ ਵਿੱਚ ਉੱਥੇ ਮੰਡੀ 'ਚ 4-4 5-5 ਦਿਨ ਬਹਿਣਾ ਪੈ ਰਿਹਾ। ਸਰਕਾਰ ਦਾ ਪ੍ਰਬੰਧ ਜੋ ਆਪਾਂ ਦੇਖ ਹੀ ਲਿਆ, ਜੋ ਮੀਡੀਆ 'ਚ ਰਿਪੋਰਟਾਂ ਆਈਆਂ ਵੀ ਕੀ ਹਾਲ ਬਣਿਆ, ਤੇ ਬਾਰਦਾਨਾ ਵੀ ਹੈ ਨਹੀਂ, ਮਜ਼ਦੂਰ ਵੀ ਹੈ ਨਹੀਂ, ਤੇ ਕਣਕ ਦੇ ਜਿਹੜੇ ਅੰਬਾਰ ਲੱਗੇ ਪਏ ਆ। ਬਾਰਦਾਨੇ ਦੀ ਗੱਲ ਤਾਂ ਆਪਾਂ ਕਰਨੀ ਹੈ ਇਸੇ ਪ੍ਰੋਗਰਾਮ 'ਚ, ਪਰ ਮੈਂ ਕਿਤੇ ਦੇਖਿਆ ਸੀ ਕਿ ਕਹਿੰਦੇ ਕਿ ਮੰਡੀਆਂ ਦੇ ਵਿੱਚ ਟੀਕਾਕਰਨ ਵੀ ਕਰ ਰਹੇ ਨੇ। ਬਿਲਕੁਲ ਕਰ ਰਹੇ ਆ ਜੀ, ਉਹ ਮੰਡੀ ਬੋਰਡ ਵਾਲਿਆਂ ਨੇ ਸੰਭਾਲਿਆ ਹੋਇਆ। ਵੱਖ-ਵੱਖ ਮੰਡੀਆਂ ਦੇ ਬਾਹਰ ਉਹਨਾਂ ਨੇ ਵੈਕਸੀਨੇਸ਼ਨ ਕੈਂਪ ਲਗਾਏ ਹੋਏ ਆ, ਤਾਂ ਕਿ ਆਉਣ ਵਾਲੇ ਜਿਹੜੇ ਵੀ ਕਿਸਾਨ ਆ ਜਾਂ ਮਜ਼ਦੂਰ ਆ 45 ਸਾਲ ਤੋਂ ਉੱਪਰ ਵਾਲੇ, ਉਹਨਾਂ ਦਾ ਟੀਕਾਕਰਨ ਕਰ ਰਹੇ। ਵਧੀਆ ਗੱਲ ਆ, ਉਹ ਕੀਤਾ ਵੀ ਜਾਣਾ ਚਾਹੀਦਾ। ਕਈ ਵਾਰੀ ਵਿਸੜਾ ਹੋ ਜਾਂਦਾ, ਘਰੋਂ ਬੰਦਾ ਨਹੀਂ ਜਾਂਦਾ। ਹੁਣ ਮੰਡੀ ਨੂੰ ਜੇ ਕਣਕ ਲੈ ਕੇ ਗਿਆ ਹੋਇਆ ਟਰਾਲੀ, ਤੇ ਕਿਸਾਨ ਦਾ ਹੁੰਦਾ ਵੀ ਚੱਲ ਆਇਓ ਆ ਲਵਾ ਵੀ ਲਈਏ, ਤੇ ਕਈਆਂ ਦੇ ਹਜੇ ਮਨ 'ਚ ਹੁੰਦਾ ਪਈ ਨਹੀਂ ਇਹਨੂੰ ਲਵਾ ਕੇ ਇੱਕ ਦਿਨ ਆਰਾਮ ਵੀ ਕਰਨਾ ਚਾਹੀਦਾ, ਬਈ ਇੱਥੇ ਪਤਾ ਨਹੀਂ ਕਣਕ ਚੁੱਕਣ 'ਚ 3 ਜਾਂ 4 ਦਿਨ ਲੱਗ ਜਾਣ, ਤੇ ਜੇ ਕੋਈ ਇਹੋ ਜਿਹੀ ਹਾਲਾਤ ਨਾ ਠੀਕ ਰਹੇ ਤੇ ਕੀ ਕਰਾਂਗੇ। ਇਹੋ ਜਿਹੇ ਵੀ ਉੱਥੇ ਬਣਦੇ ਹਾਲਾਤ। ਪਰ ਸਰਕਾਰ ਵੱਲੋਂ ਜੇ ਉਹ ਕਹਿੰਦੀ ਆ ਪਏ ਟੀਕਾਕਰਨ ਦੀ ਅਸੀਂ ਉੱਥੇ ਕੈਂਪ ਲਾਏ ਹੋ ਆ, ਚੰਗੀ ਗੱਲ ਆ, ਪਰ ਉਹਦੀ ਜਿਹੜੀ ਚੁਕਾਈ ਔਰ ਕਿਸਾਨਾਂ ਨੂੰ ਜਲਦੀ ਘਰ ਭੇਜਣ ਵਾਲੀ ਜਿਹੜਾ ਕੰਮ ਆ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਬਾਰਦਾਨੇ ਵਾਲੇ ਗੱਲ ਤੁਸੀਂ ਗੱਲ ਕੀਤੀ ਆ, ਬਾਰਦਾਨਾ ਕਈਆਂ ਦਿਨਾਂ ਤੋਂ ਰੌਲਾ ਪੈ ਰਿਹਾ, ਹੁਣ ਜਾ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਵੀ ਜਿਹੜਾ ਆੜਤੀਆਂ ਕੋਲ ਯੂਜ਼ ਕੀਤਾ ਪਹਿਲਾ ਬਾਰਦਾਨਾ ਉਹ ਦੁਬਾਰਾ ਯੂਜ਼ ਕਰ ਸਕਦੇ ਆ। ਇਹ ਗੱਲਾਂ ਪਹਿਲਾਂ ਕਿਉਂ ਨਹੀਂ ਚੇਤਾ ਆਉਂਦੀਆਂ? ਜੇ ਹੁਣ ਉਹ ਵਰਤਿਆ ਜਾ ਸਕਦਾ ਤਾਂ ਅੱਜ ਤੋਂ 10 ਦਿਨ ਪਹਿਲਾਂ ਵਰਤਿਆ ਜਾ ਸਕਦਾ ਸੀਗਾ। ਗੱਲ ਆਉਂਦੀ ਸਟੋਰੇਜ ਦੀ, ਚੁਕਾਈ ਨਹੀਂ ਹੋ ਰਹੀ, ਲਿਜਾਣਾ ਕਿੱਥੇ ਆ, ਤਾਂ ਫਿਰ ਮੋਰੇ ਕਹਿੰਦੇ ਆ ਵੀ ਕਿਸਾਨਾਂ ਨੇ ਧਰਨੇ ਲਾਏ ਹੋ ਆ। ਵੱਡੇ ਵੱਡੇ ਜਿਹੜੇ ਸਟੋਰ ਆ, ਸਾਈਲੋ ਬਣੇ ਆ, ਉਹਨਾਂ ਦੇ ਉਹ ਬਲੌਕ ਕੀਤੇ ਹੋ ਆ। ਅੰਦਰ ਵੀ ਜੇ ਕੋਈ ਸਟਾਕ ਪਿਆ ਬਾਹਰ ਨਹੀਂ ਆਉਣ ਦਿੰਦੇ, ਬਾਹਰ ਅੰਦਰ ਨਹੀਂ ਜਾਣ ਦਿੰਦੇ। ਤੇ ਇਹੋ ਜਿਹੀ ਹਾਲਾਤ ਸਥਿਤੀ ਪੈਦਾ ਕਿਹਨੇ ਕੀਤੀ? ਉਹਦਾ ਪਿੱਛੇ ਕੋਈ ਕਾਰਨ ਨਹੀਂ ਦੇਖਦੇ। ਉਹ ਫਿਰ ਕਿਸਾਨਾਂ ਦੇ ਉੱਤੇ ਦੋਸ਼ ਆ ਜਾਂਦਾ ਵੀ ਤੁਸੀਂ ਉਹ ਸਟੋਰ ਬਲੌਕ ਕੀਤੇ ਆ। FCI ਦੀ ਜਿਹੜੀ ਆ ਸਟੋਰੇਜ ਵਾਲੀ ਸਮਰੱਥਾ ਆ ਉਹ ਤਾਂ ਉਹਨਾਂ ਨੂੰ ਦਿੱਤੀ ਹੋਈ ਨਾ। 1 ਮਹੀਨੇ ਦਾ 2.5 ਕਰੋੜ ਰੁਪਇਆ ਕਿਰਾਇਆ ਦੇ ਰਹੇ ਆ, ਫ੍ਰੀ ਆਫ ਕਾਸਟ ਚੱਲ ਰਿਹਾ ਉਹਨਾਂ ਦਾ ਕੰਮ, 2.5 ਕਰੋੜ ਜਾ ਰਿਹਾ। ਹੁਣ ਉਹਨਾਂ ਦਾ ਬਹਾਨਾ ਇਹ ਆ ਵੀ ਕਿਸਾਨ ਉਹ ਸਟੋਰ ਖਾਲੀ ਕਰਨ ਤੇ ਅਸੀਂ ਕਣਕ ਦੀ ਸਟੋਰੇਜ ਕਰੀਏ। ਹਾਲਾਂਕਿ FCI ਕੋਲ ਸਿਰਫ 20% ਖਰੀਦ ਦੀ ਸਮਰੱਥਾ ਦਿੱਤੀ ਆ, ਵੱਧ ਖਰੀਦ ਨਹੀਂ ਸਕਦੀ, ਇਹ ਤੋਂ 20% ਖਰੀਦਣੀ ਆ। ਹੁਣ 20% ਖਰੀਦਣ ਲਈ ਵੀ ਉਹ ਕਹਿ ਰਹੀ ਆ ਵੀ ਮੇਰੇ ਕੋਲ ਉੱਥੇ 2 ਲੱਖ ਟਨ ਸਟੋਰ ਕਰਨ ਵਾਸਤੇ ਮੋਗੇ ਸਾਈਲੋ ਬਣਿਆ ਹੋਇਆ, 1-2 ਹੋਰ ਵੀ ਸਾਈਲੋ ਬਣੇ ਆ। ਤੇ ਉਸ ਗੱਲ ਨੂੰ ਵੀ ਬਹਾਨਾ ਜਿਹੜਾ ਆ ਇਹਦੇ ਨਾਲ ਜੋੜਿਆ ਦਿੱਤਾ ਜਾ ਰਿਹਾ ਵੀ ਕਿਸਾਨਾਂ ਦਾ ਅੰਦੋਲਨ ਜਿਹੜਾ ਇਹਦੇ ਵਿੱਚ ਕਿਤੇ ਨਾ ਕਿਤੇ ਪਰੇਸ਼ਾਨੀ ਕਰ ਰਿਹਾ। ਤੇ ਬਾਰਦਾਨੇ ਤੋਂ ਬਾਅਦ ਫਿਰ ਆਪਾਂ ਹੁਣ ਸਿਆਸਤ ਵੱਲ ਹੀ ਪਰਤ ਪੈਂਦੇ ਆ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਪਹਿਲੇ ਅਸਤੀਫਾ ਦੇ ਦਿੱਤਾ, ਫਿਰ ਕਹਿੰਦੇ ਨਹੀਂ ਜੀ ਉਹ ਤਾਂ ਪ੍ਰੀ ਮੈਚੁਰ ਰਿਟਾਇਰਮੈਂਟ ਲਈ ਉਹਨਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ, ਰਾਜਪਾਲ ਨਾਲ ਮੁਲਾਕਾਤ, ਤੇ ਹੁਣ ਕਿਸ ਨਾਲ ਮੁਲਾਕਾਤ ਕੀਤੀ ਉਹਨਾਂ ਨੇ? ਬਿਲਕੁਲ ਜੀ, ਜਦੋਂ ਤਾਂ ਉਹਨਾਂ ਦਾ ਅਸਤੀਫਾ ਦੇਣ ਦਾ ਟਾਈਮ ਸੀਗਾ ਜਾਂ ਅਸਤੀਫਾ ਦੇ ਦਿੱਤਾ ਜਾਂ ਉਹਨਾਂ ਨੇ ਪ੍ਰੀ ਮੈਚੁਰ ਰਿਟਾਇਰਮੈਂਟ ਲੈਣ ਦੀ ਗੱਲ ਕਹੀ, ਉਦੋਂ ਤਾਂ ਲੱਗਦਾ ਸੀਗਾ ਵੀ ਇਹ ਗੱਲ ਜਿਹੜੀ ਆ ਇਹ ਠੀਕ ਨਹੀਂ ਹੋਈ। SIT ਬਣੀ ਸੀਗੀ, ਕਿਸੇ ਤਣ ਪੱਤਣ ਤੇ ਨਤੀਜੇ ਤੇ ਪਹੁੰਚਣੀ ਚਾਹੀਦੀ ਸੀਗੀ। ਜਦੋਂ ਚੱਲ ਗਏ ਉਹ ਰਾਜਪਾਲ ਕੋਲ ਮਿਲਣ, ਫਿਰ ਲੋਕਾਂ ਦੇ ਮਨਾਂ 'ਚ ਹੋਰ ਸ਼ੰਕੇ ਉੱਠਣ ਲੱਗ ਪਏ। ਉਸ ਤੋਂ ਬਾਅਦ ਹੋਰ ਵੀ ਸ਼ੰਕਾ ਉਦੋਂ ਵੱਧ ਗਿਆ ਜਦੋਂ ਉਹਨਾਂ ਨੇ ਆ ਕੇ ਬਾਹਰ ਦੱਸਿਆ ਵੀ ਮੈਂ ਤਾਂ ਹਰ ਮਹੀਨੇ ਆ ਕੇ ਮਿਲਦਾ ਸੀ। ਹੁਣ ਰਾਜਪਾਲ ਸਾਹਿਬ ਨਾਲ ਇੱਕ IPS ਅਫਸਰ ਜਾ ਕੇ ਸਿੱਧਾ ਮਿਲਦਾ ਪੰਜਾਬ ਸਰਕਾਰ ਦੇ ਕਿਨਾਰਾ ਕਰਕੇ ਸਾਈਡ ਤੋਂ, ਤੇ ਉਹਦੇ ਲਈ ਸਵਾਲ ਤਾਂ ਉੱਠਣਾ ਹੀ ਆ। ਕਿਉਂਕਿ ਜੋ ਵੀ ਇੱਥੇ ਤੈਨਾਤ ਆ ਡਿਊਟੀ ਤੇ, ਚਾਹੇ ਉਹ IG ਆ, ਚਾਹੇ DGP ਆ, IDGP ਜਿਹੜੇ ਵੀ ਹੈਗੇ ਆ, ਉਹ ਸਿੱਧੇ ਗ੍ਰਹਿ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਜਵਾਬਦੇਹ ਹੁੰਦੇ ਆ। ਰਾਜਪਾਲ ਦੀ ਇਹਦੇ ਵਿੱਚ ਕਿਤੇ ਭੂਮਿਕਾ ਦਿਸਦੀ ਨਹੀਂ। ਫਿਰ ਵੀ ਜਦੋਂ ਉਹਨੇ ਆ ਕੇ ਬਾਹਰ ਦੱਸਿਆ ਵੀ ਮੈਂ ਤਾਂ ਹਰ ਮਹੀਨੇ ਆਉਂਦਾ, ਮੀਡੀਆ ਵਾਲੇ ਨੂੰ ਕਹਿੰਦਾ ਤੁਸੀਂ ਅੱਜ ਦੌੜੇ ਆਏ ਆ ਕਿਉਂਕਿ ਕੱਲ ਦਾ ਰੌਲਾ ਪਿਆ, ਮੈਂ ਅਗਲੇ ਮਹੀਨੇ ਫੇਰ ਆਉਣਾ, ਤੁਸੀਂ ਉਦੋਂ ਆਉਣਾ ਨਹੀਂ। ਮੈਂ ਪਹਿਲਾਂ ਵੀ ਆਉਂਦਾ ਰਿਹਾ, ਤੁਸੀਂ ਉਦੋਂ ਵੀ ਕਦੇ ਨਹੀਂ ਸਵਾਲ ਪੁੱਛਿਆ ਵੀ ਹੁਣ ਇੱਕਦਮ ਇਕੱਠੇ ਹੋ ਕੇ ਕਿਉਂ ਆ ਗਏ। ਸਵਾਲ ਉਹ ਮੀਡੀਆ ਨੂੰ ਕਰਦਾ ਰਿਹਾ। ਪਰ ਇਹਦੇ ਵਿੱਚ ਸਿਆਸੀ ਗਲਿਆਰਿਆਂ ਦੇ ਵਿੱਚ ਤਾਂ ਗੱਲ ਚੱਲ ਗਈ ਨਾ ਵੀ ਕੁੰਵਰ ਵਿਜੇ ਪ੍ਰਤਾਪ ਰਾਜਪਾਲ ਨੂੰ ਕਿਉਂ ਮਿਲਦੇ ਸੀ।
ਤੇ ਇਟ ਮੀਨਸ ਜਿੰਨੀ ਜਾਂਚ ਪੜਤਾਲ ਉਹ 2 2.5 3 ਸਾਲ ਤੋਂ ਕਰਦੇ ਸੀਗੇ ਜੀ ਉਹਦੀ ਰਿਪੋਰਟ ਰਾਜਪਾਲ ਨੂੰ ਜਾਂਦੀ ਸੀਗੀ। ਜੀ ਮੁੱਖ ਮੰਤਰੀ ਦੇਵੇ ਚਾਹੇ ਨਾ ਦੇਵੇ, ਜੀ ਜਾਂਦੀ ਤਾਂ ਮੁੱਖ ਮੰਤਰੀ ਵੱਲੋਂ ਵੀ ਹੋਊਗੀ, ਪਰ ਇਹ ਪਹਿਲਾਂ ਦੇ ਜਾਂਦੇ ਸੀਗੇ। ਜੀ ਤੇ ਇਹ ਵੀ ਗੱਲ ਲੁਕੀਰੀ ਹੋਊਗੀ ਵੀ ਰਾਜਪਾਲ ਤੋਂ ਰਿਪੋਰਟ ਸੈਂਟਰ ਜਾਂਦੀ ਹੋਊਗੀ, ਜੀ ਕਿਉਂਕਿ ਇਹਨਾਂ ਦਾ ਗ੍ਰਹਿ ਮੰਤਰੀ ਨਾਲ ਸਿੱਧਾ ਤਾਲਮੇਲ ਹੁੰਦਾ ਰਾਜਪਾਲਾਂ ਦਾ। ਤੇ ਕੱਲੀ ਕੱਲੀ ਗੱਲ ਗ੍ਰਹਿ ਮੰਤਰੀ ਕੋਲ ਜਾਂਦੀ ਹੋਊਗੀ। ਹੁਣ ਤਾਣਾ ਬਾਣਾ ਕਿੱਥੋਂ ਚੱਲ ਰਿਹਾ? ਜੀ ਉਦੋਂ ਤਾਂ ਅਕਾਲੀ ਭਾਜਪਾ ਗੱਠਜੋੜ ਸੀ, ਹੁਣ ਟੁੱਟ ਗਿਆ। ਜੀ ਉਹ ਸਥਿਤੀ ਬਾਰੇ ਕੀ ਸੀਗਾ ਤੇ ਹੁਣ ਸਥਿਤੀ ਬਾਰੇ ਕੀ ਆ? ਉਹ ਗ੍ਰਹਿ ਮੰਤਰੀ ਉਹਨਾਂ ਕੋਲ ਉਹ ਰਿਪੋਰਟਾਂ ਜਿਹੜੀਆਂ ਪਹੁੰਚੀਆਂ ਉਹਦਾ ਉਹ ਕੀ ਮੰਥਨ ਕੀਤਾ ਉਹਨਾਂ ਨੇ, ਜਾਂ ਉਹਦੇ ਤੇ ਕੀ ਇਹੋ ਜਿਹਾ ਕੰਮ ਕਰਕੇ ਰੱਖਿਆ ਵੀ ਦੱਬ ਰੱਖ ਲਓ, ਮੌਕਾ ਆਉਂਦਾ ਤੇ ਅਕਾਲੀ ਦਲ ਨੂੰ ਵੀ ਦੱਸਾਂਗੇ ਜੀ ਵੀ ਆਹ ਦੇਖੋ ਸਾਡੇ ਕੋਲ ਤਾਂ ਆ ਪਿਆ। ਮਤਲਬ ਬਲੈਕਮੇਲਿੰਗ ਸ਼ੁਰੂ ਬੰਦੇ ਬਣਨਾ ਕਿ ਨਹੀਂ ਬਣਨਾ? ਜੀ ਇਹ ਦੇਖੋ ਇਹਦੇ ਵਿੱਚ ਹੁਣ ਤਾਂ ਹੀ ਗੱਲ ਆਪਣੇ ਆਪ ਨਿਕਲ ਕੇ ਸਾਹਮਣੇ ਆ ਰਹੀ ਵੀ ਜਦੋਂ ਰਿਪੋਰਟ ਦੱਸੀ ਹੋਊਗੀ ਜਾ ਕੇ, ਜੀ ਜੋ ਗੱਲਾਂ ਉਹਦੀਆਂ ਗੁਪਤ ਰਿਪੋਰਟ ਦੇ ਵਿੱਚ ਆ, ਬੇਸ਼ੱਕ ਕਹਿੰਦੇ ਜਨਤਕ ਹੋ ਗਈਆਂ, ਚਲਾਨ ਜਨਤਕ ਹੋ ਜਾਂਦਾ, ਪਰ ਰਾਜਪਾਲ ਕੋਲ ਤਾਂ ਸਾਰੀ ਗੱਲ ਦੱਸਦੇ ਹੋਣਗੇ ਨਾ ਜੀ ਜੀ ਇਹਦੇ ਵਿੱਚ ਕੀ ਹੈ ਕੀ ਨਹੀਂ ਹੈ। ਤਾਂ ਰਾਜਪਾਲ ਤੋਂ ਗੱਲ ਅੰਦਰ ਜਾਂਦੀ ਹੋਊਗੀ ਗ੍ਰਹਿ ਮੰਤਰੀ ਕੋਲ। ਜੀ ਉਹ ਸਾਰਾ ਕੁਝ ਜਿਹੜਾ ਆ ਸਿਨੈਰੀਓ ਇੱਕ ਸਿਆਸੀ ਦ੍ਰਿਸ਼ ਬਣਦਾ ਜਾ ਰਿਹਾ। ਜੀ ਤੇ ਸਿਆਸਤ ਵਿੱਚ ਕੁਝ ਨਵਾਂ ਹੋਏਗਾ, ਇਹ ਸਮਾਂ ਦੱਸੇਗਾ। ਪਰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਸਾਨੂੰ ਕਹਿ ਰਿਹਾ ਹੈ ਕਿ ਬ੍ਰੇਕ ਤੇ ਚੱਲੀਏ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਜੁੜਾਂਗੇ ਤੁਹਾਡੇ ਨਾਲ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਅਵਤਾਰ ਸਿੰਘ ਸ਼ੇਰਗਿੱਲ ਜੀ, ਮੁੱਦਾ ਹਜੇ ਸਾਡਾ ਜਿਹੜਾ ਚਰਚਾ ਕਰ ਰਹੇ ਸੀ ਆਪਾਂ ਉਹ ਅਧੂਰਾ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਬਾਕੀਆਂ ਤੋਂ ਬਾਅਦ ਹੁਣ ਕਿਸੇ ਹੋਰ ਨੂੰ ਮਿਲੇ ਨੇ। ਬਿਲਕੁਲ ਜੀ, ਜਦੋਂ ਸਿਆਸਤ ਗਰਮ ਹੋਣ ਲੱਗਦੀ ਹੈ ਜਾਂ ਸਿਆਸੀ ਦ੍ਰਿਸ਼ ਇਹੋ ਜਿਹਾ ਬਣਨ ਲੱਗਦਾ ਤਾਂ ਫਿਰ ਲੋਕ ਸਮਝਣ ਲੱਗ ਪੈਂਦੇ ਵੀ ਇਹਦੇ ਵਿੱਚ ਕੁਛ ਨਾ ਕੁਛ ਤਾਂ ਹੈ। ਪਰ ਉਸ ਤੋਂ ਬਾਅਦ ਇੱਕ ਘੜੀ ਹੋਰ ਜੁੜ ਜਾਂਦੀ ਹੈ ਜਦੋਂ ਸਪੀਕਰ ਸਾਹਿਬ ਨੂੰ ਮਿਲਦੇ ਜਾ ਕੇ, ਜੀ ਫਿਰ ਲੋਕਾਂ ਨੂੰ ਲੱਗਣ ਲੱਗ ਪੈਂਦਾ ਵੀ ਇਹ ਹੁਣ ਚੋਣਾਂ ਲੜਨ ਦੀ ਤਿਆਰੀ ਆ, ਜੀ ਵੀ ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੇ ਦੇਖਾਂਗੇ। ਜੀ ਇਸ ਗੱਲ ਨੂੰ ਜਿਹੜੀ ਕਦਮ ਜਾਂ ਦੂਰ ਦ੍ਰਿਸ਼ਟੀ ਜਿਹੜੀ ਆ ਉਹ ਇੱਧਰ ਨੂੰ ਤੁਰਦੀ ਦਿਸ ਰਹੀ ਆ। ਜੀ ਵੀ ਇਹਦੇ ਵਿੱਚ ਥਾਪੜਾ ਕਿਹਦਾ ਹੋਊਗਾ ਇਹ ਵੀ ਆਪਾਂ ਦੇਖ ਰਹੇ ਆ। ਜੀ ਵੀ ਕੰਮ ਕਰਦੇ ਸੀ ਕਾਂਗਰਸ ਵਾਲਿਆਂ ਨਾਲ, ਜੀ ਤੇ ਜਵਾਬਦੇਹੀ ਸੀ, ਦੱਸਣ ਪੁੱਛਣ ਵਾਲਾ ਕੰਮ ਸੀਗਾ ਉਹ ਕਿਸੇ ਹੋਰ ਪਾਸੇ ਸੀਗਾ। ਵਿੱਚ ਆ ਜਾਂਦੇ ਆ ਅਕਾਲੀ ਦਲ। ਹੁਣ ਅਕਾਲੀ ਦਲ ਬੇਸ਼ੱਕ ਹਾਈ ਕੋਰਟ ਦੇ ਫੈਸਲੇ ਤੋਂ ਫਿਲਹਾਲ ਆਪਣੇ ਆਪ ਨੂੰ ਰਾਹਤ ਮਹਿਸੂਸ ਕਰਦਾ ਆ, ਪਰ ਜਾਂਦੇ ਜਾਂਦੇ ਕੁੰਵਰ ਵਿਜੇ ਪ੍ਰਤਾਪ ਫਸਾ ਕਾਂਗਰਸ ਨੂੰ ਵੀ ਗਏ। ਕਾਂਗਰਸ ਵੀ ਇਸ ਵੇਲੇ ਬੁਰੀ ਤਰ੍ਹਾਂ ਫਸੀ ਹੋਊਗਾ। ਤੇ ਜੇ ਅੱਜ ਮੁੱਖ ਮੰਤਰੀ ਸਾਹਿਬ ਕਿਸੇ ਨੂੰ ਵੀ ਫੋਨ ਕਰਦੇ ਆ ਜਾਂ ਕੋਈ ਲੀਡਰ ਜਾਂ ਕੋਈ ਮੰਤਰੀ ਫੋਨ ਵੀ ਕਰਦਾ ਆ, ਹਾਏ ਹੈਲੋ ਹਾਲ ਚਾਲ ਪੁੱਛਣ ਤੋਂ ਬਾਅਦ ਇਹੀ ਕਹਿੰਦੇ ਆ ਵੀ ਸੀਐਮ ਸਾਹਿਬ ਆਹ ਕੰਮ ਬਹੁਤ ਮਾੜਾ ਹੋਇਆ। ਕਿਹੜਾ? ਵੀ ਆਹੀ ਜਿਹੜਾ ਜੀ ਵਿੱਚੇ ਰਹਿ ਗਿਆ ਬੇਅਦਬੀ ਵਾਲਾ ਕੰਮ ਹੈ। ਆਪਣੇ ਕੋਲ ਸਮਾਂ ਵੀ ਥੋੜਾ ਆ, 2 2.5 3 ਸਾਲ ਆਪਾਂ ਲੰਘ ਵੀ ਗਏ ਤੇ ਆਪਾਂ ਦਮਗੱਜੇ ਵੀ ਬਹੁਤ ਜ਼ੋਰ ਨਾਲ ਮਾਰੇ ਸੀਗੇ। ਵੀ ਇਹਦਾ ਜਵਾਬ ਫਿਰ ਮੁੱਖ ਮੰਤਰੀ ਸਾਹਿਬ ਤੋਂ ਦੇ ਨਹੀਂ ਹੁੰਦਾ, ਉਹ ਫਿਰ ਬਾਕੀ ਸਥਿਤੀ ਫਸਣ ਵਾਲੀ ਆ। ਹੁਣ ਉੱਥੇ ਸਵਾਲ ਇਹ ਵੀ ਆਉਂਦਾ ਨਾ ਵੀ ਤੁਸੀਂ ਕਰਕੇ ਆਏ ਵਾਅਦੇ, ਚੋਣਾਂ ਜਿੱਤੀਆਂ, ਅਸੀਂ ਆਹ ਵੀ ਕਰ ਦਿਆਂਗੇ, ਅਸੀਂ ਆਹ ਵੀ ਕਰ ਦਿਆਂਗੇ, ਉੱਦਾਂ ਵੀ ਕਰ ਦਿਆਂਗੇ, ਮੁੜ ਕੇ ਕਹਿਣਾ ਨਹੀਂ ਜੀ ਸਹੁੰ ਤਾਂ ਅਸੀਂ ਲੱਕ ਤੋੜਨ ਲਈ ਖਾਧੀ ਸੀ, ਚਲੋ ਲੱਕ ਹੀ ਤੋੜ ਦਿੰਦੇ, ਉਹ ਵੀ ਕਿਤੇ ਦਿਸਿਆ ਨਹੀਂ। ਹੁਣ ਇਸ ਗੱਲ ਤੋਂ ਵੀ ਨਹੀਂ ਮੁੱਕਰ ਸਕਦੇ ਅਸੀਂ ਬੇਅਦਬੀ ਵਾਲਿਆਂ ਨੂੰ ਸਜ਼ਾਵਾਂ ਦੇਣੀਆਂ ਸੀਗੀਆਂ। ਵਿਧਾਨ ਸਭਾ 'ਚ ਉਹਨਾਂ ਨੇ ਮਤਾ ਪਾਸ ਕੀਤਾ ਸੀ ਨਾ ਕਿ 3 ਮਹੀਨੇ 'ਚ ਇਸ ਜਿਹੜੀ ਸਾਰੀ ਘਟਨਾ ਦਾ ਸੱਚ ਸਾਹਮਣੇ ਲਿਆਵਾਂਗੇ। ਨਹੀਂ ਕਰਤਾ 3 ਮਹੀਨੇ 'ਚ ਦਿੱਤਾ ਉਹਨਾਂ ਨੇ, ਜੋ ਸੱਚ ਆ ਗਿਆ ਸਾਰਾ ਸਾਹਮਣੇ ਹੀ ਆ। ਪਰ ਇਹਨਾਂ ਦੇ ਵਿੱਚ ਉਹ ਲਕੂਨਾ ਰਹਿ ਗਿਆ ਨਾ ਵੀ ਉੱਥੇ ਉਹਨਾਂ ਨੇ ਹਾਈ ਕੋਰਟ ਨੇ ਜਿਹੜੀ ਚੀਜ਼ ਫੜੀ ਆ ਵੀ ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਹੁੰਦੀ ਆ ਉਹ ਮੁੱਢਲੇ ਤੌਰ ਤੇ ਹੀ ਦਾਖਲ ਹੋਣੀ ਚਾਹੀਦੀ, ਜਿਹਦੇ ਵਿੱਚ ਸੁਪਰੀਮ ਕੋਰਟ ਦੀ ਵੀ ਇੱਕ ਗਾਈਡਲਾਈਨ ਆ ਜੀ, ਇੱਕ ਨਿਯਮ ਆ ਵੀ ਜੇ ਫਸਟ ਇਨਫੋਰਮੇਸ਼ਨ ਰਿਪੋਰਟ 'ਚ ਲੇਟ ਦੇਰੀ ਹੁੰਦੀ ਆ ਤਾਂ ਫਿਰ ਉਹ FIR ਨਹੀਂ ਗਿਣੀ ਜਾਂਦੀ, ਫਿਰ ਤਾਂ ਉਹ ਕਈ ਕੁਛ ਮਨ ਘੜਤ ਕਈ ਕੁਛ ਗੱਲਾਂ ਪੈ ਜਾਂਦੀਆਂ। ਤੇ ਜਦੋਂ ਉਹ ਦਰਜ ਹੋਈ ਸੀ ਉਹਦੇ ਵਿੱਚ ਐਡ ਕੀਤੇ ਜਾ ਸਕਦੇ ਸੀ ਕਿ ਬੰਦੇ ਹੋਰ ਨਾਮਜ਼ਦ ਉਹ 'ਚ ਪਾਏ ਜਾ ਸਕਦੇ ਸੀ। ਨਵੀਂ FIR ਦਰਜ ਹੋਣ ਕਰਕੇ ਹੀ ਹਾਈ ਕੋਰਟ ਨੂੰ ਕਿਤੇ ਨਾ ਕਿਤੇ ਦਿਮਾਗ 'ਚ ਜੱਜਾਂ ਦੇ ਇਹ ਗੱਲ ਬੈਠੀ ਆ ਵੀ ਇਹ ਸਿਆਸੀ ਬਦਲਾਖੋਰੀ ਜਾਂ ਕਿਤੇ ਇਹਨਾਂ ਦਾ ਜਿਹੜਾ ਮਨਸੂਬਾ ਗਲਤ ਸੀ, ਜਿਸ ਕਰਕੇ ਇਹਨਾਂ ਨੇ ਨਵੀਂ FIR ਦਰਜ ਕੀਤੀ ਆ। ਉਹਦੇ ਵਿੱਚ ਹੀ ਐਡ ਕਰ ਦਿੰਦੇ, ਚੰਗੀ ਗੱਲ ਸੀ, ਪਰ ਇਹ 'ਚ ਵੀ ਕੋਈ ਦੋ ਰਾਵਾਂ ਨਹੀਂ ਵੀ ਕੁੰਵਰ ਵਿਜੇ ਪ੍ਰਤਾਪ ਹੀ ਆ ਜਿਹਨੇ ਵੱਡੇ ਵੱਡੇ ਅਫਸਰਾਂ ਨੂੰ, ਸੁਮੇਧ ਸੈਣੀ ਵਰਗੇ, ਇਹਨਾਂ ਨੂੰ ਅਦਾਲਤਾਂ ਦੇ ਗੇੜੇ ਲਵਾ ਲਏ ਆ। ਫਿਰ ਵੀ ਉੱਥੇ ਦੀ ਉੱਥੇ ਗੱਲ ਖੜੀ ਆ ਵੀ ਮੈਂ ਨਿੱਜੀ ਤੌਰ ਤੇ ਜ਼ਰੂਰ ਕਹਾਂਗੇ ਰੱਬ ਦਾ ਵਾਸਤਾ ਘੱਟੋ ਘੱਟ ਰੱਬ ਨੂੰ ਹੀ ਬਖਸ਼ ਦਿੰਦੇ। ਬੇਸ਼ੱਕ ਹੋਰ ਜਿਹਦੇ ਮਰਜ਼ੀ ਥਾਵਾਂ ਤੇ ਤੁਸੀਂ ਕੰਮ ਕਰੀ ਜਾਓ, ਸਿਆਸਤ ਕਰੀ ਜਾਓ, ਜੋ ਮਰਜ਼ੀ ਲਾਹਾ ਲਈ ਜਾਓ, ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਆ ਜਾਂਦਾ ਨਾ, ਜਿੱਥੇ ਇਹਦੀ ਬੇਅਦਬੀ ਦੀ ਗੱਲ ਆ ਜਾਂਦੀ ਆ, ਉੱਥੇ ਇੰਨਾ ਲੰਮਾ ਸਮਾਂ ਨਹੀਂ ਲੱਗਣਾ ਚਾਹੀਦਾ ਸੀਗਾ। ਹੁਣ ਜੇ ਗੱਲ ਚੱਲਦੀ ਆ ਤੇ ਕਾਂਗਰਸ ਵਾਲੇ ਮੁੱਖ ਮੰਤਰੀ ਨੂੰ ਕਹਿ ਰਹੇ ਆ ਵੀ SIT ਨਵੀਂ ਬਣਾ ਦਿਓ, ਫਿਰ ਉੱਥੇ ਆ ਜਾਂਦੀ ਆ, ਸਮਾਂ ਦੇ ਦੇਣਗੇ ਉਹਨੂੰ 45 ਦਿਨ ਘੱਟੋ ਘੱਟ ਚਾਹੀਦੇ ਆ।
ਹੋਰ ਵੀ ਲੱਗ ਸਕਦਾ ਸਮਾਂ। ਜੀ। ਉਸ ਤੋਂ ਬਾਅਦ ਕਈ ਰਾਵਾਂ ਦਿੰਦੇ ਆ ਸੁਪਰੀਮ ਕੋਰਟ ਜਾਣ ਦੀ ਚੁਣੌਤੀ ਦੇਣ ਦੀ ਗੱਲ ਕਰ ਰਹੇ ਆ, ਪਰ ਹਾਲੇ ਜੱਜਮੈਂਟ ਹਾਈ ਕੋਰਟ ਦੀ ਹਜੇ ਵੀ ਨਹੀਂ ਆਈ। ਜੀ। ਉਹਦੇ ਤੇ ਬੇਸ ਹੈ ਕਦੋਂ ਜਾਣਾ। ਸਮਾਂ ਤਾਂ ਜਾ ਰਿਹਾ ਨਾ, ਮਤਲਬ ਅਪ੍ਰੈਲ ਨਿਕਲ ਗਿਆ, ਮਈ ਆ ਚੱਲਿਆ, 6-7 ਮਹੀਨੇ ਰਹਿ ਗਏ ਆ। ਤੇ ਉਸ ਸਮੇਂ ਦੌਰਾਨ ਲੱਗਦਾ ਪਏ ਬੇਅਦਬੀ ਦੇ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਣਗੀਆਂ। ਉਹ ਇਨਸਾਫ ਜਿਹੜਾ ਉਹ ਰਾਜਨੀਤੀ ਦੀ ਭੇਟ ਚੜਿਆ ਲੱਗਦਾ ਜੀ। ਤੇ ਇੱਧਰ ਫੂਲਕਾ ਸਾਹਿਬ ਵੀ ਕੁਝ ਬੋਲ ਰਹੇ ਨੇ, ਉਹਨਾਂ ਨੇ ਕਿਸੇ ਨੂੰ ਚਿੱਠੀ ਲਿਖੀ ਹੈ। ਬਿਲਕੁਲ ਜੀ, ਇਹ ਵੀ ਦੇਖੋ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖੀ ਉਹਨਾਂ ਨੇ ਜੀ। ਉਹਨਾਂ ਨੂੰ ਵੀ ਕਿਹਾ ਭਾਈ ਹੁਣ ਗਰਜਣ ਦਾ ਨਹੀਂ ਕੰਮ ਕਰਨ ਦਾ ਵੇਲਾ ਆ। ਤੇ ਸਿੱਧੂ ਸਾਹਿਬ ਦਾ ਵੀ ਪਤਾ ਨਹੀਂ ਲੱਗਦਾ ਵੀ ਕਦੋਂ ਕਿਹਨੂੰ ਲਪੇਟੇ 'ਚ ਲੈ ਲੈਂਦੇ ਤੇ ਕਿਹਨੂੰ ਵਲੇਟੇ 'ਚ ਲੈ ਲੈਂਦੇ ਆ। ਉਹ ਆਏ ਦਿਨ ਕੋਈ ਨਾ ਕੋਈ ਜਦੋਂ ਪੀਸੀ ਕਰਦੇ ਆ ਤਾਂ ਪਤਾ ਲੱਗਦਾ ਸਿੱਧੂ ਸਾਹਿਬ ਪੀਸੀ ਕਰ ਰਹੇ ਆ, ਸਿੱਧੂ ਸਾਹਿਬ ਪੀਸੀ ਕਰ ਰਹੇ ਆ। ਪ੍ਰੈਸ ਵਾਲੇ ਵੀ, ਮੀਡੀਆ ਵਾਲੇ ਵੀ, ਸਾਰਿਆਂ ਦੀ ਨਿਗਾਹਾਂ ਉੱਤੇ ਹੋ ਜਾਂਦੀਆਂ। ਜੀ। ਨਿਕਲਦਾ ਕੀ ਆ, ਕਦੇ ਤਾਂ ਉਹ ਕਾਂਗਰਸ ਨੂੰ ਲਪੇਟ ਲੈਂਦੇ ਆ, ਜੀ। ਆਪਣੀ ਸਰਕਾਰ ਨੂੰ, ਤੇ ਕਦੇ ਬੀਜੇਪੀ ਨੂੰ, ਕਦੇ ਕਿਸੇ ਨੂੰ। ਸਪਸ਼ਟ ਗੱਲ ਉਹਨਾਂ ਨੇ ਹਜੇ ਵੀ ਨਹੀਂ ਖੋਲੀ, ਭਾਈ ਤੁਸੀਂ ਕੁਝ ਕਰਦੇ ਹੋ, ਜੀ। ਤੁਹਾਡੇ ਆਪਣੇ ਹੱਥ ਵਾਸ ਇੰਨੇ ਚਿਰ ਦਾ ਸੀਗਾ ਤੇ ਤੁਸੀਂ ਕਰ ਲਓ। ਪਰ ਇੱਕ ਗੱਲ ਹੋਰ ਨਹੀਂ ਸਮਝ ਆਉਂਦੀ ਵੀ ਚੋਣਾਂ ਤੋਂ 1 ਸਾਲ ਪਹਿਲਾਂ ਹੀ ਸਿੱਧੂ ਸਾਹਿਬ ਸਰਗਰਮ ਕਿਉਂ ਹੁੰਦੇ ਆ। ਜੀ। ਜੇ 2017 ਦੀ ਗੱਲ ਕਰੀਏ ਤਾਂ 16 ਤੋਂ ਲੈ ਕੇ 17 ਚੋਣਾਂ ਤੱਕ ਸਿੱਧੂ ਸਾਹਿਬ ਹੀ ਹੁੰਦੀ ਰਹੀ। ਜੀ। ਪਰ ਉਹ ਜੋ ਨਿਕਲਿਆ ਆਪਾਂ ਦੇਖ ਲਿਆ 4 ਸਾਲ 'ਚ। ਹੁਣ ਫੇਰ ਚੋਣਾਂ ਆ ਰਹੀਆਂ 22 'ਚ, 21ਵੇਂ ਦੇ ਅੱਧ ਤੋਂ ਫਿਰ ਸ਼ੁਰੂ ਹੋ ਗਿਆ। ਹੁਣ ਫਿਰ ਸਿੱਧੂ ਸਾਹਿਬ ਹੋ ਰਹੀ ਆ। ਔਰ ਕਹਿ ਗਏ ਉਦਣ ਮੈਂ ਫੇਰ ਪੀਸੀ ਕਰੂੰਗਾ ਇੱਕ। ਉਹਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਵੱਖਰੀ ਗੱਲ ਆ। ਦੇਖੋ ਹੁਣ ਬਾਰ-ਬਾਰ ਉਹ ਕਹਿ ਰਹੇ ਆ ਜਨਤਕ ਕਰੋ ਰਿਪੋਰਟ, ਤੇ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਪਏ ਇਹਨਾਂ ਨੂੰ ਸਮਝ ਹੀ ਹੈ ਨਹੀਂ, ਜਨਤਕ ਤਾਂ ਉਦਾਂ ਹੀ ਹੋਈ ਪਈ ਆ। ਜਦੋਂ ਚਲਾਨ ਕਹਿੰਦੇ ਅਦਾਲਤ 'ਚ ਪੇਸ਼ ਹੋ ਜਾਂਦਾ ਤਾਂ ਪਬਲਿਕ ਡੋਮੇਨ 'ਚ ਆ ਜਾਂਦਾ, ਇਸ ਕਰਕੇ ਉਹ ਜਨਤਕ ਹੀ ਆ। ਇਹ ਕਹਿੰਦੇ ਐਵੇਂ ਮੰਗ ਕਰੀ ਜਾਂਦੇ ਜਨਤਕ ਕਰੋ। ਤੇ ਇਟ ਮੀਨਸ ਇਹਨਾਂ ਨੂੰ ਪਤਾ ਆ ਵੀ ਲੋਕਾਂ ਦੇ ਅੱਖਾਂ 'ਚ ਕਿਉਂ ਘੱਟਾ ਪਾਈ ਜਾਂਦੇ ਆ। ਤੁਸੀਂ ਬਾਰ-ਬਾਰ ਜਨਤਕ ਕਰਨ ਦੀ ਗੱਲ ਕਰਦੇ, ਤੁਸੀਂ ਸਰਕਾਰ ਦੇ ਵਿੱਚ ਨਹੀਂ ਹੈ। ਸੀਐਮ ਤੁਹਾਡੀ ਪਾਰਟੀ ਦੀ ਸਰਕਾਰ ਆ, ਤੁਹਾਡੇ ਆਪਣੀ ਬਣਾਈ ਹੋਈ ਐਸਆਈਟੀ ਆ, ਤੇ ਜੇ ਉਹੀ ਰਿਪੋਰਟ ਤੁਹਾਡੇ ਕੋਲ ਨਹੀਂ ਤਾਂ ਫਿਰ ਦੂਜੇ ਵਿਰੋਧੀ ਧਿਰਾਂ ਕੋਲ ਜਾਂ ਆਮ ਲੋਕਾਂ ਕੋਲ ਕਿੱਦਾਂ ਪਹੁੰਚੂਗੀ, ਇਹ ਵੀ ਸਵਾਲ ਆ। ਸਿੱਧੂ ਸਾਹਿਬ ਨੂੰ ਹੁਣ ਤੱਕ ਸਪਸ਼ਟ ਕਰ ਦੇਣਾ ਚਾਹੀਦਾ ਆ। ਠੀਕ ਹੈ, ਆਪਣੀ ਉਹ ਥੋੜੀ ਜਿਹੀ ਕਹਿੰਦੇ ਕੀਮਤ ਵਧਾ ਰਹੇ ਆ, ਵੱਖਰੀ ਗੱਲ ਆ, ਪਰ ਸਪਸ਼ਟ ਇਸ ਗੱਲ ਤੋਂ ਵੀ ਹੁਣ ਦੀ ਪੀਸੀ ਤੋਂ ਲੱਗਦਾ ਵੀ ਹੁਣ ਉਹ ਕਾਂਗਰਸ ਤੋਂ ਬਗਾਵਤ ਦੇ ਰੌਂ ਦੇ ਵਿੱਚ ਆ। ਤੇ ਜੇ ਬਗਾਵਤ ਦੇ ਰੌਂ ਦੇ ਵਿੱਚ ਆ ਤਾਂ ਫਿਰ ਇੰਨੇ ਕੁਛ ਕਰਨ ਦੀ ਲੋੜ ਕੀ ਹੈ, ਜਿਹਨੂੰ ਆਪਾਂ ਨਖਰੇ ਕਹਿ ਦਈਦਾ ਪੰਜਾਬੀ 'ਚ, ਵੀ ਕੀ ਲੋੜ ਆ ਇਹੋ ਜਿਹਾ ਕਰਨ ਦੀ। ਜੇ ਕੋਈ ਤੁਸੀਂ ਆਪਣੀ ਪਾਰਟੀ ਬਣਾਉਣੀ ਹੈ ਤਾਂ ਤੁਰ ਪਾਓ ਸਿੱਧੇ ਨੂੰ, ਜੇ ਕਿਸੇ ਦੇ ਨਾਲ ਰਲ ਕੇ ਜਾਣਾ ਤਾਂ ਤੁਰ ਪਾਓ ਸਿੱਧੇ ਨੂੰ। ਕੋਈ ਕਿਸੇ ਨੂੰ ਕੁਛ ਦਿਸ਼ਾ ਤਾਂ ਦਿਓ ਲੋਕਾਂ ਨੂੰ ਵੀ ਸਿੱਧੂ ਸਾਹਿਬ ਹਾਂ ਵੀ ਹੁਣ ਸਹੀ ਹੋ ਗਏ ਆ। ਹਰ ਵੇਲੇ ਉਹਨਾਂ ਨੂੰ ਇਹ ਲੱਗਦਾ ਵੀ ਸਾਰਾ ਸਾਲ ਸੋਚਣ 'ਚ ਹੀ ਲੱਗ ਜਾਂਦਾ ਵੀ ਕੀ ਕਰਨਗੇ ਇਹ, ਕਿੱਧਰ ਜਾਣਗੇ, ਕਿਹਨਾਂ ਵੱਲੋਂ ਲੜਨਗੇ, ਕੌਣ ਇਹਨੂੰ ਕੀ ਬਣਾਊਗਾ। ਇਸੇ ਵਿੱਚ ਲੰਘ ਜਾਂਦਾ, ਕਰਦਾ ਕੁਛ ਨਹੀਂ, ਕਹਿੰਦਾ ਕੁਛ ਨਹੀਂ। ਗੱਲ ਉੱਥੇ ਆ ਜਾਂਦੀ ਆ ਵੀ ਉਹ ਸ਼ੇਰੋ ਸ਼ਾਇਰੀ ਦੇ ਵਿੱਚ ਜ਼ਰੂਰ ਮਾਹਰ ਹੈਗਾ ਆ, ਤੇ ਉਹਦੇ ਵਿੱਚ ਜੇ ਕੋਈ ਸਵਾਲ ਪੀਸੀ ਦੇ ਵਿੱਚ ਉਹਨੂੰ ਪੱਤਰਕਾਰ ਪੁੱਛ ਵੀ ਲੈਂਦਾ ਤੇ ਉਹਨੂੰ ਵਿਚਾਰੇ ਨੂੰ ਉਸ ਗੱਲ ਦਾ ਜਵਾਬ ਦੇਣ ਦੀ ਬਜਾਏ ਉਹਦੇ ਉੱਤੇ ਹੀ ਸਵਾਲ ਕਰ ਬੈਠਦਾ। ਸੋ ਇਹ ਹੁਣ ਲੰਮਾ ਸਮਾਂ ਹੋ ਗਿਆ ਉਹਨਾਂ ਦੀ ਚੁੱਪ ਤੋਂ ਬਾਅਦ, ਮੁੜ ਕੇ ਬੋਲਣ ਤੋਂ ਬਾਅਦ ਫਿਰ ਚੁੱਪ, ਫਿਰ ਰੌਲਾ, ਫਿਰ ਬੋਲਣਾ। ਇਹੋ ਜਿਹੀ ਗੱਲ ਨੂੰ ਲੰਮਾ ਸਮਾਂ ਹੋ ਗਿਆ। ਹੁਣ ਉਹਨਾਂ ਨੂੰ ਸਪਸ਼ਟ ਤੌਰ ਤੇ ਨਿੱਤਰ ਕੇ ਜੇ ਸਿਆਸਤ ਕਰਨੀ ਹੈ ਤਾਂ ਸਿਆਸਤ 'ਚ ਆਉਣਾ ਪਊਗਾ, ਜੇ ਨਹੀਂ ਕਰਨੀ ਤਾਂ ਆਰਾਮ ਨਾਲ ਘਰ ਬੈਠਣਾ ਪਊਗਾ। ਤੇ ਉਹਨਾਂ ਲਈ ਫਿਰ ਉੱਥੋਂ ਵੀ ਦਰਵਾਜ਼ੇ ਬੰਦ ਕਰਵਾ ਦਿੱਤੇ ਸੀਗੇ ਸਰਕਾਰ ਨੇ। ਉਹ ਵਿਚਾਰਿਆਂ ਨੇ ਕਾਮੇਡੀ ਸ਼ੋਅ ਵੀ ਛਡਾਤਾ ਸੀਗਾ। ਤੇ ਹੁਣ ਉੱਥੇ ਜੇ ਇੱਕ ਪਾਸੇ ਹੋ ਜਾਣਾ ਚਾਹੀਦਾ, ਮੇਰੇ ਤਾਂ ਮਤਲਬ ਕਹਿਣ ਦਾ ਇਹ ਆ, ਚਾਹੇ ਫਿਲਮੀ ਵੱਲ ਨੂੰ ਚੱਲ ਜਾਓ, ਚਾਹੇ ਸਿਆਸਤ ਵੱਲੋਂ ਚਲੋ, ਇੱਕ ਚੀਜ਼ ਤਾਂ ਸਪਸ਼ਟ ਲੋਕਾਂ ਦੇ ਸਾਹਮਣੇ ਰੱਖਣੀ ਪਊਗੀ। ਤੇ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਮਿਲ ਗਈ ਹੈ, ਉਹਨਾਂ ਨੇ ਕੋਈ ਜਵਾਬ ਦਿੱਤਾ ਹੈ ਕਿ ਨਹੀਂ ਹਾਲੇ? ਨਹੀਂ, ਹਾਲੇ ਤਾਂ ਉਹਨੇ ਜਵਾਬ ਕੀ ਦੇਣਾ। ਗੱਲ ਤਾਂ ਉੱਥੇ ਆਉਂਦੀ ਨਾ ਵੀ ਹੁਣ ਫੂਲਕਾ ਸਾਹਿਬ ਤਾਂ ਸਾਫ਼ ਕਹਿ ਰਹੇ ਆ ਵੀ ਇਹਦੇ ਤੇ ਕਾਰਵਾਈ ਕਰਾਓ। ਰੌਲਾ ਪਾਉਣ ਦਾ ਨਹੀਂ ਕੋਈ ਮਤਲਬ ਹੈਗਾ, ਗਰਜਣ ਦਾ ਮਤਲਬ ਨਹੀਂ ਹੈਗਾ, ਕੰਮ ਕਰਨ ਦਾ ਵੇਲਾ ਆ। ਜੇ ਹੁਣ ਵੀ ਤੁਸੀਂ ਨਹੀਂ ਕੰਮ ਕੀਤਾ ਤਾਂ ਘੱਟੋ ਘੱਟ ਅਗਲੀ ਵਾਰ ਤੁਸੀਂ ਕਿਸ ਮੂੰਹ ਨਾਲ ਲੋਕਾਂ ਕੋਲ ਜਾਓਗੇ। ਇਹ ਹੁਣ ਟਾਈਮ ਹੈ ਸਰਕਾਰ ਆਪਣੀ ਤੋਂ ਸਵਾਲ ਪੁੱਛਣ ਦਾ ਬਈ ਤੁਸੀਂ 2.5-3 ਸਾਲ ਜੇ ਇਹਦੇ ਤੇ ਜਾਂਚ ਕਰਾਈ ਤੇ ਇਹਦੇ ਅਮਲ ਕਿਉਂ ਨਹੀਂ ਹੋਇਆ। ਜੇ 2.5-3 ਸਾਲ 4 ਸਾਲ ਤੁਹਾਡੀ ਸਰਕਾਰ ਨੂੰ ਲੰਘ ਗਏ ਤਾਂ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲੀਆਂ। ਇਸ ਗੱਲ ਲਈ ਉਹਨਾਂ ਨੇ ਨਸੀਹਤ ਦਿੱਤੀ ਆ ਸਿੱਧੂ ਸਾਹਿਬ ਨੂੰ ਬਈ ਤੁਸੀਂ ਆਹ ਗੱਲਾਂ ਤੇ ਪਹਿਰਾ ਦੇ ਕੇ ਤੁਰੋ ਤਾਂ ਫੇਰ ਹੀ ਗੱਲ ਬਣੂਗੀ। ਗੱਲਾਂ ਨਾਲ ਕਿਸੇ ਵੀ ਚੀਜ਼ ਦਾ, ਕਿਸੇ ਵੀ ਕਾਂਡ ਦਾ ਜਾਂ ਕਿਸੇ ਵੀ ਕ੍ਰਾਈਮ ਦਾ ਹੱਲ ਨਹੀਂ ਨਿਕਲਦਾ। ਹੁਣ ਸਜ਼ਾਵਾਂ ਨਹੀਂ ਦੇ ਹੋਣਗੀਆਂ, ਤੁਹਾਨੂੰ ਜ਼ੋਰ ਦੇ ਕੇ ਦਵਾਉਣੀਆਂ ਪੈਣਗੀਆਂ। ਚਾਹੇ ਹਾਈ ਕਮਾਂਡ ਕੋਲ ਗੱਲ ਕਰੋ ਜੇ ਕਾਂਗਰਸ ਦੇ ਵਿੱਚ ਰਹਿਣਾ ਤਾਂ, ਨਹੀਂ ਤਾਂ ਫਿਰ ਤੁਹਾਡੀ ਮਰਜ਼ੀ ਆ, ਤੁਸੀਂ ਜਿਵੇਂ ਕਰਨਾ। ਪਰ ਇਸ ਵੱਲੋਂ ਇੱਕ ਸਪਸ਼ਟ ਤੌਰ ਤੇ ਤੁਰ ਪੈਣ ਤਾਂ ਚੰਗੀ ਗੱਲ ਹੈ। ਤੇ ਫੂਲਕਾ ਜੀ ਹੁਣੀ ਕਿਉਂ ਬੋਲੇ? ਇਸ ਤੋਂ ਪਹਿਲਾਂ ਉਹਨਾਂ ਨੇ ਇਸ ਮੁੱਦੇ ਤੇ ਕਿਉਂ ਨਹੀਂ ਗੱਲ ਕੀਤੀ? ਚਲੋ ਉਦੋਂ ਵਿਧਾਨ ਸਭਾ ਦੀ ਮੈਂਬਰੀ ਤੋਂ ਸ਼ਾਇਦ ਉਹਨਾਂ ਨੇ ਅਸਤੀਫਾ ਦਿੱਤਾ ਸੀ, ਤੇ ਉਸ ਤੋਂ ਬਾਅਦ ਇਹ ਵੀ ਚੁੱਪ ਕਰਕੇ ਕਿਉਂ ਬੈਠ ਗਏ? ਦੇਖੋ, ਆਮ ਆਦਮੀ ਪਾਰਟੀ ਦੇ ਵਿੱਚ ਜਦੋਂ 2017 'ਚ ਸੀ ਨਾ, ਉਹਦਾ ਹਰੇਕ ਬੰਦਾ ਜਿਹੜਾ ਵੀ ਆਉਂਦਾ ਸੀ ਨਾ ਦਿੱਲੀੋਂ, ਚਾਹੇ ਕਿਤੇੋਂ ਵੀ ਉੱਠ ਕੇ, ਚਾਹੇ ਪੈਰਾਸ਼ੂਟ ਰਾਹੀਂ ਉਤਰਦੇ ਸੀਗੇ ਤੇ ਚਾਹੇ ਕੋਈ ਲਿਆ ਕੇ ਬਿਠਾ ਦਿੰਦਾ ਸੀਗਾ, ਤਾਂ ਉਹ ਆਪਣੇ ਆਪ ਨੂੰ ਸੀਐਮ ਹੀ ਸਮਝਣ ਲੱਗ ਪੈਂਦਾ ਸੀਗਾ।
ਤੇ ਉਹਨਾਂ ਨੂੰ ਇਹ ਹੁੰਦਾ ਸੀ ਵੀ ਲੈ ਵੀ ਹਨੇਰੀ ਝੁੱਲੀ ਆ, ਚੋਣਾਂ ਆਈਆਂ, ਜਿੱਤ ਲਈਆਂ ਤੇ ਸੀਐਮ ਮੈਂ ਹੀ ਆ ਜੀ। ਉਹਨਾਂ ਦੇ ਵਿੱਚ ਮੈਂ ਸਪਸ਼ਟ ਤੌਰ ਤੇ ਸਿੱਧਾ ਨਹੀਂ ਕਹਿ ਸਕਦਾ, ਪਰ ਐਚਐਸ ਫੂਲਕਾ ਹੁਣੀ ਵੀ ਸੀਐਮ ਦੇ ਦੌੜ ਦੇ ਵਿੱਚ ਉਦੋਂ ਸ਼ਾਮਲ ਸੀਗੇ ਜੀ। ਬੇਸ਼ੱਕ ਉਦੋਂ ਜ਼ੋਰ ਉਹਨਾਂ ਦੇ ਵਿੱਚ ਕਿਸੇ ਹੋਰ ਆਗੂਆਂ ਦਾ ਪੈ ਗਿਆ, ਪਰ ਉਸ ਤੋਂ ਬਾਅਦ ਚੋਣਾਂ 'ਚ ਜੋ ਹਾਲ ਹੋਇਆ ਉਹ ਸਾਨੂੰ ਪਤਾ ਹੀ ਆ ਵੀ ਉਹ ਨਹੀਂ ਜਿੱਤ ਸਕੇ। ਪਰ ਜਦੋਂ ਮੌਕਾ ਹੁੰਦਾ ਆ ਉਦੋਂ ਇਹ ਵੀ ਨਹੀਂ ਲਾਗੇ ਖੁਸਕਦੇ। ਪਰ ਐਚਐਸ ਫੂਲਕਾ ਇੱਕੋ ਇੱਕ ਸ਼ਖਸ ਆ ਜਿਹੜਾ ਪਹਿਲੇ ਦਿਨ ਤੋਂ ਹੀ ਬੇਅਦਬੀ ਕਾਂਡ ਬਾਰੇ ਬੋਲਦਾ ਆਇਆ। ਜੀ। ਜੋ ਵੀ ਕੰਮ ਕਾਨੂੰਨੀ ਪੱਖ ਤੋਂ ਸੀ, ਲੀਗਲ ਪੱਖ ਤੋਂ ਸੀ, ਅਦਾਲਤੀ ਪੱਖ ਤੋਂ ਸੀ, ਉਹ ਸਾਰਿਆਂ ਨਾਲ ਉਹ ਸਾਂਝਾ ਕਰਦਾ ਆਇਆ, ਦੱਸਦਾ ਆਇਆ ਸੀਗਾ। ਪਰ ਗੱਲ ਉੱਥੇ ਆ ਜਾਂਦੀ ਨਾ ਵੀ ਉਹਦੀ ਸੁਣਨੀ ਕਿਹਨੇ ਸੀਗੀ। ਜੀ। ਤੇ ਹੁਣ ਵੀ ਉਹਨਾਂ ਨੇ ਇਨਡਾਇਰੈਕਟਲੀ ਕਹੋ ਚਾਹੇ ਜਿੱਦਾਂ ਮਰਜ਼ੀ ਆ, ਸਰਕਾਰ ਨੂੰ ਵੀ ਉਹ ਪੱਤਰ ਲਿਖਦੇ ਰਹਿੰਦੇ ਆ, ਸੈਂਟਰ ਨੂੰ ਵੀ ਉਹ ਪੱਤਰ ਲਿਖਦੇ ਰਹਿੰਦੇ ਆ। ਇਸ ਦੇ ਨਾਲ ਜਿਹੜਾ ਸਿੱਧੂ ਨੂੰ ਹੁਣ ਪੱਤਰ ਲਿਖਿਆ, ਇਹ ਵੀ ਉਹਨਾਂ ਨੂੰ ਨਸੀਹਤ ਦੇਣ ਲਈ ਲਿਖਿਆ। ਸਰਗਰਮ ਉਹ ਇਸ ਪੱਖੋਂ ਹੈਗੇ ਆ, ਧਾਰਮਿਕ ਖਿਆਲਾਂ ਵਾਲੇ ਹੈਗੇ ਆ। ਉਹ 84 ਦੇ ਜੋ ਮਾਮਲਿਆਂ ਦੇ ਵਿੱਚ, ਕੇਸਾਂ ਦੇ ਵਿੱਚ ਜੋ ਭੂਮਿਕਾ ਨਿਭਾਈ ਆ ਉਹ ਸਾਰਿਆਂ ਸਾਹਮਣੇ ਹੀ ਆ। ਸੋ ਉਹਨਾਂ ਦੀ ਕੁਛ ਹੱਦ ਤੱਕ ਚੱਲੀ ਨਹੀਂ ਸੀ, ਚੱਲਦੀ ਵੀ ਸੀ, ਪਰ ਉੱਥੇ ਗਾਹਾਂ ਜਿਹੜੇ ਹੋਰ ਬੈਠੀ ਹੁੰਦੀ ਆ ਉਹ ਇਹਨਾਂ ਦੇ ਬੰਦੇ ਕੰਮ ਕਰਨ ਵਾਲਿਆਂ ਨੂੰ ਲਾਗੇ ਨਹੀਂ ਲੱਗਣ ਦਿੰਦੀ। ਦਿੱਲੀ ਦੇ ਵਿੱਚ 84 ਵਾਲੇ ਮਾਮਲੇ ਵਿੱਚ ਉੱਦਾਂ ਹੀ ਖੜੇ ਆ, ਉਹ ਵੀ ਕੇਜਰੀਵਾਲ ਸਾਹਿਬ ਨੂੰ ਜੇ ਦਬਾਅ ਪਾ ਕੇ ਕਿਸੇ ਨਤੀਜੇ ਦੇ ਪਹੁੰਚਾਉਂਦੇ ਵੱਖਰੀ ਗੱਲ ਆ। ਪਰ ਇਸ ਮਸਲਾ ਜਿਹੜਾ ਆ ਸਿਆਸੀ ਪਾਰਟੀਆਂ ਖੁਦ ਵੀ ਨਹੀਂ ਖਤਮ ਕਰਨੀਆਂ ਚਾਹੁੰਦੀਆਂ ਜੀ। ਤੇ ਇਸ ਵੇਲੇ ਅਸੀਂ ਵਿਚਾਰ ਚਰਚਾ ਪ੍ਰੋਗਰਾਮ ਨੂੰ ਖਤਮ ਨਹੀਂ ਕਰਨਾ ਚਾਹੁੰਦੇ, ਪਰ ਸਮਾਂ ਖਤਮ ਹੈ ਪ੍ਰੋਗਰਾਮ ਦਾ। ਸੋ ਇਸ ਕਰਕੇ ਤੁਸੀਂ ਸਟੂਡੀਓ 'ਚ ਆਏ, ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ।